ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹਿ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਂ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਹ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ, ਜੂਲ ਚਰਨ ਮਮ ਬੰਦਨਾ, ਹਰ ਘਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵਡ ਅਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਡ ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ। ਰਖਵਾਰੇ ਕਾ ਹੋਏ ਬਿਨਾਸ਼, ਆਗੈ ਨਰਕ ਈਹਾ ਭੋਗ ਬਿਲਾਸ। ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਦਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਅਦਬ ਸਤਿਕਾਰ ਦੇ ਸਹਿਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਅੰਮ੍ਰਿਤ ਵੇਲੇ ਚੱਲ ਰਹੀ ਮਰਜ਼ਾਦਾ ਦੇ ਅਨੁਸਾਰ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਅਰਜਸ ਉਹ ਚੱਲ ਰਹੀ ਲੜੀਵਾਰ ਵਿਚਾਰ ਗੁਣ ਰਾਗ ਵਿੱਚੋਂ ਭਗਤਾਂ ਦੀ ਬਾਣੀ ਕਬੀਰ ਸਾਹਿਬ ਦੇ ਸ਼ਬਦ ਚੱਲ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਤੇ ਮਹਾਨ ਕਿਰਪਾ ਕਰਦਿਆਂ ਹੋਇਆਂ
ਗੁਰਮੁਖ ਨਾਦੰ ਗੁਰਮੁਖ ਵੇਦੰ, ਇਹ ਗੁਰਮੁਖੀ ਦੇ ਅੰਦਰ ਗਿਆਨ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਅੰਮ੍ਰਿਤ ਰੂਪੀ ਬਾਣੀ ਹੈ। ਸਮੇਂ ਸਮੇਂ ਦੇ ਨਾਲ ਮਹਾਂਪੁਰਖ ਆਏ, ਜੀਵਾਸੂਆਂ ਦੀ ਬੁੱਧੀ ਮੁਤਾਬਕ ਜਾਂ ਉਸ ਸਮੇਂ ਜਿਸ ਤਰ੍ਹਾਂ ਦੀ ਲੋੜ ਸੀ ਉਹਦੇ ਮੁਤਾਬਕ ਧਰਮ ਸ਼ਾਸਤਰਾਂ ਦੀ ਰਚਨਾ ਕੀਤੀ। ਉਹਨਾਂ ਨੇ ਆਪਣੇ ਢੰਗ ਨਾਲ ਵਿਚਾਰ ਦਰਸਾਏ। ਇਸ ਦੇਸ਼ ਦੇ ਜਿਹੜੇ ਮੁੱਖ ਗ੍ਰੰਥ ਸੀ ਉਹ 4 ਵੇਦ ਸੀਗੇ, ਫਿਰ 6 ਸ਼ਾਸਤਰ ਸਮੇਂ ਨਾ ਹੋ ਗਏ, 18 ਪੁਰਾਣ, 27 ਸਿਮਰਤੀਆਂ ਵਗੈਰਾ। ਸਤਿਗੁਰੂ ਜੀ ਨੇ ਕਲਯੁਗੀ ਜੀਵਾਂ ਦੇ ਭਲੇ ਲਈ ਵਿਚਾਰ ਕੀਤੀ ਕਿ ਵੇਦਾਂ ਦੇ ਵਿੱਚ ਕਰਮ ਕਾਂਡ ਦਾ ਬੜਾ ਵਿਸਥਾਰ ਹੈ। ਆ ਜੋ ਕਰਮ ਕਰਨੇ ਬੜੇ ਔਖੇ ਹੈ, ਉਮਰਾਂ ਵੀ ਘੱਟ ਹਨ। ਇਹ ਉਪਾਸ਼ਨਾ ਕਾਂਡ ਬਾਰੇ ਕਾਫੀ ਹੈ। ਕੁਝ ਹੈ ਗਿਆਨ ਕਾਂਡ, ਜਿਹਨੂੰ ਵੇਦਾਂਤ ਵਗੈਰਾ ਕਹਿ ਦਿੰਦੇ ਹਨ। ਇਸ ਤਰ੍ਹਾਂ ਜਿਹੜੇ ਪੁਰਾਣ ਆ ਉਹਨਾਂ ਵਿੱਚ ਵੀ ਜਿਹੜੇ ਦੇਵੀ ਦੇਵਤੇ ਨੇ ਇਹ ਤੋਂ ਪੁਰਾਣ ਬਣਾਇਆ, ਜ਼ਿਆਦਾ ਉਸਤਤ ਪੂਰੀ ਕੀਤੀ ਗਈ ਹੈ। ਔਰ ਕੁਝ ਇਤਿਹਾਸਕ ਪ੍ਰਸੰਗ ਵੀ ਹੈ। ਇਸ ਤਰ੍ਹਾਂ ਸਿਮਰਤੀਆਂ ਦੇ ਵਿੱਚ ਵੀ ਕੁਝ ਕਾਨੂੰਨ ਵਗੈਰਾ, ਵਿਧਾਨ, ਨਿਯਮ ਬਣਾਏ ਹੋਏ ਹੈ। ਸਤਿਗੁਰੂ ਜੀ ਨੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਇਹ ਗੁਰਬਾਣੀ ਦੀ ਬਖਸ਼ਿਸ਼ ਕੀਤੀ। ਸਿਮਰਤ ਸ਼ਾਸਤਰ ਪੁਨ ਭਾਗ ਵਿਚਾਰਦੇ, ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ ਗੁਰੂ ਵਜਹੁ, ਤਤੈ ਸਾਰ ਨ ਜਾਣੀ। ਉਹ ਗੁਰਬਾਣੀ ਜਿਹੜੀ ਹੈ, ਇਹਦੇ ਅੰਦਰ ਗੁਰੂ ਮਹਾਰਾਜ ਨੇ ਪ੍ਰੇਮਾ ਭਗਤੀ ਨਾਲ ਬਖਸ਼ੀ ਹੈ। ਜਿਸ ਤਰ੍ਹਾਂ ਘਿਓ ਆ, ਜਿਹਨੂੰ ਪਿੱਤ ਵਧੀ ਹੋਈ, ਗਰਮੀ ਜ਼ਿਆਦਾ ਹੈ, ਘਿਓ ਹੈ ਤਾਂ ਚੰਗਾ ਪਦਾਰਥ ਹੈ, ਪਰ ਉਹਨੂੰ ਉਹ ਨੁਕਸਾਨ ਕਰਦਾ ਹੈ। ਜੇ ਮਿਸਰੀ ਰਲਾ ਕੇ ਖਿਲਾਇਆ ਜਾਏ ਫਿਰ ਉਸ ਨੂੰ ਵੀ ਲਾਭ ਦਿੰਦਾ ਹੈ। ਜਿਹਨੂੰ ਕਫ ਵਗੈਰਾ ਵਧੀ ਹੈ, ਬਾਤ ਵਧੀ ਹੈ, ਉਹ ਯੋਗ ਅਨੁਪਾਨ ਦੇ ਨਾਲ ਸਾਰਿਆਂ ਨੂੰ ਮੁਆਫਕ ਆ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਕੁਛ ਗਿਆਨ ਆ, ਉਹ ਕਈ ਵਾਰੀ ਹਰੇਕ ਨੂੰ ਮੁਆਫਕ ਨਹੀਂ ਆਉਂਦਾ, ਨੁਕਸਾਨ ਕਰਦਾ ਹੈ। ਕਿ ਮਹਾਰਾਜ ਨੇ ਨਾਲ ਪ੍ਰੇਮਾ ਭਗਤੀ ਜੋੜੀ ਹੈ, ਸ਼ਰਧਾ ਭਗਤੀ ਵਾਲਾ ਮਾਰਗ ਨਾਲ ਅਪਣਾਇਆ ਹੈ। ਇਸ ਕਰਕੇ ਫਿਰ ਇਹ ਗੁਰਬਾਣੀ ਜਿਹੜੀ ਹੈ ਸਾਰਿਆਂ ਵਾਸਤੇ ਕਲਿਆਣਕਾਰੀ ਹੈ। ਪਾਠ ਰੂਪ 'ਚ ਵੀ ਬੜਾ ਆਨੰਦ ਹੈ, ਕੀਰਤਨ ਦੇ ਰੂਪ 'ਚ ਵੀ
ਜਦੋਂ ਵਿਆਖਿਆ ਸਰਵਣ ਕਰੀਏ ਫਿਰ ਵੀ ਬੜਾ ਆਨੰਦ ਹੈ। ਕਿ ਜੇ ਸੁਣਤ ਕਮਾਵਤ ਹੋਤ ਨਿਹਾਲ, ਸੁਣਿਆ ਜਾਏ ਕਮਾਇਆ ਜਾਏ, ਇਹ ਨਜ਼ਰੋਂ ਨਿਹਾਲ ਕਰ ਦਿੰਦੀ ਹੈ ਔਰ ਸਭ ਵਾਸਤੇ ਸੁਖਦਾਈ ਹੈ, ਕਲਿਆਣਕਾਰੀ ਹੈ। ਜਿਹੜਾ ਸਾਖਤ ਮਨਮੁਖ ਹੈ ਉਹ ਤਾਂ ਲਾਭ ਨਹੀਂ ਲੈ ਸਕਦਾ, ਪਰ ਜਿਨ੍ਹਾਂ ਅੰਦਰ ਗੁਰਮੁਖਤਾਈ ਹੈ ਉਹ ਲਾਭ ਲੈਂਦੇ ਹਨ। ਉਹ ਇਸ ਵਾਸਤੇ ਇਹ ਗਿਆਨ ਦਾ, ਨਾਮ ਦਾ, ਬਾਣੀ ਦਾ, ਸ਼ਰਧਾ ਭਗਤੀ ਦਾ ਪ੍ਰਕਾਸ਼ ਕਰਦੀ ਹੈ। ਅੱਜ ਅਸੀਂ ਭਗਤ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ। ਕਬੀਰ ਸਾਹਿਬ ਭਾਵੇਂ ਕਾਸ਼ੀ ਜੋ ਯੂਪੀ ਦਾ ਇੱਕ ਸ਼ਹਿਰ ਹੈ, ਜਿਹਨੂੰ ਸ਼ਿਵਪੁਰੀ ਵੀ ਕਹਿੰਦੇ ਹਨ, ਵਿਦਿਆ ਦਾ ਵੀ ਪੁਰਾਣੇ ਸਮੇਂ ਵਿੱਚ ਬੜਾ ਭਾਰੀ ਕੇਂਦਰ ਸੀ। ਉਸ ਨਗਰ 'ਚ ਉਹ ਜਨਮੇ ਰਹੇ। ਸਵਾਮੀ ਰਾਮਾਨੰਦ ਜੀ ਸੰਗਤ ਕਰਕੇ ਉਹਨਾਂ ਨੇ ਨਿਰਵਾਣ ਪਦ ਨੂੰ ਪਾਇਆ। ਆਪਣੇ ਮੁਖਾਰਬਿੰਦ ਤੋਂ ਉਹਨਾਂ ਨੇ ਆਏ ਜਿਗਿਆਸੂਆਂ ਪ੍ਰਤੀ ਉਪਦੇਸ਼ ਵੀ ਕਾਫੀ ਦਿੱਤੇ ਹਨ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਉਹਨਾਂ ਦੀ ਬਾਣੀ ਮਿਲਦੀ ਹੈ। ਹੋਰ ਕਬੀਰ ਬੀਜ ਆਦਿਕ ਵੀ ਗ੍ਰੰਥ ਉਹਨਾਂ ਦੇ ਜੁਦੇ ਵੀ ਹੈਗੇ ਆ। ਸੋ ਇਸ ਵਾਸਤੇ ਕਬੀਰ ਪੰਥ ਵੀ ਚੱਲਦਾ ਹੈ ਔਰ ਉਹਨਾਂ ਦੀ ਜੋ ਜਗ੍ਹਾ ਹੈ, ਸਥਾਨ ਹੈ, ਉਸ ਨੂੰ ਕਬੀਰ ਚੌਰੇ ਦੇ ਨਾਲ ਯਾਦ ਕਰਦੇ ਆ। ਔਰ ਭਗਤਾਂ ਦੇ ਵਿੱਚ ਭਗਤ ਬਾਣੀ ਦੇ ਸਿਰਲੇਖ ਹੇਠ ਪਹਿਲੇ ਨੰਬਰ 'ਤੇ ਕਬੀਰ ਸਾਹਿਬ ਦੀ ਬਾਣੀ ਦਰਜ ਕੀਤੀ ਮਿਲਦੀ ਹੈ। ਇਹ ਜਿਹੜਾ ਸ਼ਬਦ ਜਿਹਦੀ ਅੱਜ ਅਸੀਂ ਵਿਆਖਿਆ ਸਰਵਣ ਕਰਨੀ ਹੈ, ਇਹ ਸ਼ਬਦ ਵਿੱਚ ਮਾਇਆ ਬਾਰੇ ਦੱਸ ਰਹੇ ਹੈ। ਇਸਤਰੀ ਦਾ ਰੂਪ ਅਲੰਕਾਰ ਬਣਾ ਕੇ ਇਹ ਮਾਇਆ ਦਾ ਪ੍ਰਕਰਨ ਔਰ ਇਹਦੇ ਬਾਰੇ ਸਾਰੇ ਵਿਚਾਰ ਦੇ ਰਹੇ ਹੈ। ਮਾਇਆ ਜੜ ਚੇਤਨ ਦੋਹਾਂ ਰੂਪਾਂ ਵਿੱਚ ਹੈ। ਸੋ ਇਸ ਵਾਸਤੇ ਕਿ ਮਾਇਆ ਇਸ ਸਰਪਨੀ ਉੱਪਰ ਨਹੀਂ ਕੋ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਜਿਵੇਂ ਹੜ ਦਾ ਜਲ ਠੱਲਣਾ ਰੋਕਣਾ ਕਠਿਨ ਹੈ, ਇਹ ਮਾਇਆ ਦਾ ਜਿਹੜਾ ਪ੍ਰਭਾਵ ਹੈ ਇਹ ਨਹੀਂ ਕਿ ਮਨੁੱਖਾਂ 'ਤੇ ਹੀ ਹੈ, ਪਸ਼ੂ ਪੰਛੀਆਂ 'ਤੇ ਵੀ ਹੈਗਾ, ਕੀੜੇ ਮਕੌੜਿਆਂ 'ਤੇ ਵੀ ਹੈ। 84 ਲੱਖ ਜੀਆ ਜੂਨ ਔਰ ਜਿਹੜੇ ਦੇਵੀ ਦੇਵਤੇ ਦੁਨੀਆ ਦੇ ਪੂਜਨੀਕ ਹੁੰਦੇ ਆ, ਉਹ ਵੀ ਮਾਇਆ ਦੇ ਛਲ ਤੋਂ ਬਚੇ ਨਹੀਂ। ਪਰਮੇਸ਼ਵਰ ਨਰ ਦੇਵੀ ਦੇਵਾ ਉਹ ਵੀ ਇਹਦੇ ਭਰਮ ਵਿੱਚ ਭਰਮ ਗਏ ਆ।
ਕਿ ਬਚਦਾ ਕੌਣ ਸੋ ਛੂਟਿਆ ਜਿਨ ਸਤਿਗੁਰ ਪਾਇਆ। ਜਿਹਨੂੰ ਪੂਰਾ ਗੁਰੂ ਮਿਲਦਾ ਉਹ ਮਾਇਆ ਦੇ ਛਲਾਂ ਤੋਂ ਬਚਦਾ ਹੈ। ਛਲ ਛਲਾਈ ਨ ਛਲੈ ਨ ਘਾਉ ਕਟਾਰਾ ਕਰ ਸਕੈ, ਉਹ ਤਾਂ ਬਚ ਜਾਂਦਾ। ਬਾਕੀ ਕਿਸੇ ਨਾ ਕਿਸੇ ਰੂਪ ਵਿੱਚ ਛਲਣੀ ਮਾਇਆ ਨੇ ਸਭ ਨੂੰ ਛਲਿਆ ਹੋਇਆ ਹੈ। ਉਹਦਾ ਪ੍ਰਕਾਰ ਉਹ ਦੱਸ ਰਹੇ ਹਨ। ਮਨ ਵਿਅਕਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਵੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੋਡ ਖਸਮ ਮਰੈ ਤਉ ਨਾਰ ਨਾ ਰੋਵੈ। ਮਾਇਆ ਜਿਹਦੇ ਕੋਲ ਆ ਜਾਂਦੀ ਹੈ ਉਹ ਸਮਝਦਾ ਮੈਂ ਇਹਦਾ ਮਾਲਕ ਹਾਂ। ਉਹ ਮਾਇਆ ਦਾ ਮਾਲਕ ਬਣ ਕੇ ਬੈਠ ਜਾਂਦਾ ਹੈ। ਇਹ ਧਰਤੀ ਦੇਸ਼ ਦਾ, ਰਾਜ ਦਾ ਮੈਂ ਮਾਲਕ ਹਾਂ। ਇਹ ਪਰਜਾ ਮੇਰੀ ਗੁਲਾਮ ਹਾਂ। ਰਥ ਵਗੀਆਂ ਘੋੜੇ ਮਾਲ ਢਾਂਡਾ ਸਭ ਮੇਰਾ ਹੈ। ਸਮੁੰਦਰਾਂ ਦਰਿਆਵਾਂ ਉੱਤੇ ਵੀ ਕਬਜ਼ਾ ਕਰਕੇ ਇਨਸਾਨ ਬੈਠੇ ਹੈ। ਇਹ ਪਰਿਵਾਰ ਮੇਰਾ ਹੈ। ਮੇਰਾ ਰਾਜ ਸਮਾਜ ਸੋਨਾ ਚਾਂਦੀ ਦੀਆਂ ਖਾਣਾ ਔਰ ਧਾਤਾਂ ਉਪਧਾਤਾਂ ਇਹ ਸਾਰੀ ਬਣਚਰ ਇਸ ਨੇ ਇੰਨੀ ਮਿਹਰ ਬਣਾਈ ਹੋਈ ਹੈ। ਜਦੋਂ ਸਰੀਰ ਧਾਰ ਕੇ ਆਇਆ ਸੀ ਉਸ ਸਮੇਂ ਨੂੰ ਇਹ ਭੁੱਲ ਗਿਆ ਹੈ। ਇੱਕ ਦਿਨ ਤੋਂ ਪਾਣੀ ਦੀ ਬੂੰਦ ਸੀ, ਉਸ ਤੋਂ ਤੇਰਾ ਇਹ ਸਰੀਰ ਮਹਾਰਾਜ ਦੀ ਕਿਰਪਾ ਨਾਲ ਮਾਤਾ ਦੇ ਗਰਭਾਸ਼ਯ ਵਿੱਚ ਵਿਕਸਿਤ ਹੋਇਆ। ਕਈਆਂ ਦੇ ਜਿਹੜੇ ਗਰਭ ਸੀ ਉਹ ਸਿਰੇ ਨਹੀਂ ਚੜ੍ਹੇ, ਅਠਾਹ ਦੀਆਂ ਬਿਮਾਰੀਆਂ ਨਾਲ ਜਾਂਦੇ ਰਹੇ। ਕਈ ਜਨਮੇ ਲੰਗੜੇ ਲੂਲੇ ਪਿੰਗਲੇ, ਅੰਨੇ ਕਾਣੇ ਬੁੱਢੇ ਭੈਂਗੇ, ਪਾਗਲ ਸਦਾਈ ਜੰਮੇ। ਤੈਨੂੰ ਇਹ ਸਰੀਰ ਸਹੀ ਸਲਾਮਤ ਮਿਲਿਆ। ਕਿਆ ਇਸ ਵਿੱਚ ਤੇਰੀ ਆਪਣੀ ਕੋਈ ਕਾਰੀਗਰੀ ਚਤੁਰਾਈ ਹੈ? ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰੱਖਿਆ, ਬੋਹਰ ਲਾਗੀ ਮਾਇਆ। ਮਾਇਆ ਦਾ ਬੁੱਲਾ ਲਗਾ, ਖਸਮ ਵਿਸਰਾਇਆ, ਪਰਮੇਸ਼ਰ ਨੂੰ ਭੁਲਾ ਦਿੱਤਾ। ਵਿੱਚੋਂ ਗਰਭਾ ਨਿਕਲ ਆਇਆ, ਨਾਮ ਵਸਾਰ ਦੁਨੀ ਚਿਤ ਲਾਇਆ। ਉਦੋਂ ਤੋਂ ਸਵਾਸ ਸਵਾਸ ਉਸ ਨੂੰ ਚੇਤੇ ਕਰਦਾ ਸੀ। ਇਹ ਸੰਗੀਨ ਕੋਠੀ ਗੰਧ ਵਿੱਚੋਂ ਮੈਨੂੰ ਕੱਢੋ, ਤੇਰਾ ਭਜਨ ਕਰਕੇ ਮੈਂ ਜਨਮ ਸਫਲ ਕਰਾਂਗਾ। ਲਾਗਤ ਪਵਨ ਖਸਮ ਵਿਸਰਾਇਓ। ਇਹ ਮਾਇਆ ਦਾ ਬੁੱਲਾ ਲੱਗਾ, ਤੈਨੂੰ ਪਰਮੇਸ਼ਰ ਭੁੱਲ ਗਿਆ। ਇਹ ਮਾਇਆ ਜਿਤ ਹਰ ਵਿਸਰੈ। ਕੀ ਕਰਦੀ ਮਾਇਆ? ਇੱਕ ਤਾਂ ਪਰਮਾਤਮਾ ਨੂੰ ਭੁਲਾ ਦਿੰਦੀ ਹੈ, ਮੋਹ ਪੈਦਾ ਕਰ ਦਿੰਦੀ ਹੈ। ਭਾਵ ਦੂਜਾ ਦਵੈਸ਼ ਭਾਵ ਪੈਦਾ ਕਰ ਦਿੰਦੀ ਹੈ। ਮੋਹ ਉਪਜੈ ਭਾਵ ਦੂਜਾ ਲਾਇਆ। ਉਹ ਦਵੈਸ਼ ਵਾਲਾ ਜਿਹੜਾ ਭਾਵ ਸੀ ਨਾ,
ਉਹ ਪੈਦਾ ਹੋ ਗਿਆ। ਕਦੀ ਰਾਗ, ਕਦੀ ਦਵੈਸ਼, ਕਦੀ ਈਰਖਾ, ਕਦੀ ਪੰਜਾਂ ਵਿਕਾਰਾਂ 'ਚ ਕੋਈ ਬਿਰਤੀ ਆ ਗਈ, ਆਸਾ, ਤ੍ਰਿਸ਼ਨਾ, ਮਮਤਾ ਆ ਗਈਆਂ। ਇਹ ਮਾਇਆ ਨੇ ਕਰ ਦਿੱਤਾ ਨਾ ਸਾਰਾ। ਮਾਇਆ ਵਾਸਤੇ ਇਨਸਾਨ ਕਿੰਨੇ ਖੜਜੰਤਰ ਰਚਦਾ ਹੈ। ਚੋਰੀ ਕਰਦਾ ਮਾਇਆ ਵਾਸਤੇ ਹੀ ਕਰਦਾ, ਠੱਗੀ ਠੋਰੀ ਕਰਦਾ, ਕਤਲ ਕਰਦਾ ਕਿਸੇ ਨੂੰ, ਇਹ ਵੀ ਮਾਇਆ ਲਈ ਹੈ ਨਾ। ਇਹਦੀ ਮਾਇਆ ਮੈਂ ਸਮਝ ਲਵਾਂਗਾ। ਦੇਸਾਂ ਰਾਜਾਂ ਦੀਆਂ ਬੜੀ ਬੜੀਆਂ ਲੜਾਈਆਂ, ਬੜੇ ਬੜੇ ਯੁੱਧ ਹੁੰਦੇ ਆ, ਉਹ ਮਾਇਆ ਪਦਾਰਥਾਂ ਵਾਸਤੇ। ਪੇ ਪੁੱਤਰ ਦੇ ਬੈਰ, ਪਤੀ ਪਤਨੀ ਦੇ, ਭਰਾਵਾਂ ਦੇ, ਮਿੱਤਰਾਂ ਦੇ, ਇਹ ਮਾਇਆ ਪਦਾਰਥਾਂ ਵਾਸਤੇ ਸਾਰੇ ਝਗੜੇ ਆ। ਇਹ ਮਾਇਆ ਜਗਦੀਸ਼ ਗੋਸਾਈਂ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤੋਂ ਭਜੈ ਜਨ ਕੋ ਜਨ ਕਹਾਂ ਕਰੇ ਵਿਚਾਰੇ। ਇਹ ਤਾਂ ਥੋੜ੍ਹੀ ਵੀ ਤੇਰੀ ਪ੍ਰੀਤੀ ਪੈਦਾ ਨਹੀਂ ਹੋਣ ਦਿੰਦੀ। ਇਹ ਜੀਵ ਵਿਚਾਰੇ ਕੀ ਕਰ ਸਕਦੇ ਹਨ? ਜਿਹਦੇ ਤੋਂ ਤੁਸੀਂ ਕਿਰਪਾ ਕਰੋ, ਇਹਦੇ ਛਲਾਂ ਤੋਂ ਉਹੀ ਬਚਦਾ ਹੈ ਜਿਨ ਅਛਲ ਪਰਮਾਤਮਾ ਦੀ ਸ਼ਰਨ ਲੈ ਲਈ। ਇਹ ਜਿਹੜੇ ਦੇਵਤੇ ਆਏ ਤਾਂ ਲੋਕਾਂ ਨੂੰ ਛਲਦੇ ਆ। ਇੰਦਰ ਨੂੰ ਵੀ ਫਿਕਰ ਪਿਆ ਰਹਿੰਦਾ ਮੇਰਾ ਨਾ ਕੋਈ ਰਾਜ ਸਾਂਭ ਲੈ। ਉਹ ਫਿਰ ਆ ਕੇ ਕਈ ਤਰ੍ਹਾਂ ਦੇ ਖੜਜੰਤਰ ਰਚਦਾ। ਅਪਛਰਾਂ ਭੇਜ ਕੇ ਵਿਸ਼ਵਾਮਿਤਰ ਆਦਿਕ ਤਪੱਸੀਆਂ ਦੇ, ਸ੍ਰਿੰਗੀ ਰੀਖੀ ਆਦਿਕਾਂ ਦੇ ਤਪ ਭੰਗ ਕਰਨ ਵਿੱਚ, ਬੜੇ ਬੜੇ ਯੱਗ ਕਰਨ ਵਿੱਚ। ਜੇ 100 ਜੱਗ ਪੂਰਾ ਹੋ ਗਿਆ ਤੇ ਇੰਦਰ ਲੋਕ 'ਚ ਆ ਜਾਏਗਾ। ਸਿਰੇ ਨਹੀਂ ਚੜ੍ਹਨ ਦਿੰਦਾ। ਮਾਇਆ ਵਾਸਤੇ ਹੀ ਹੈ ਨਾ ਕਿ ਮੈਂ ਹੀ ਇੱਥੇ ਦਾ ਨਿਸ਼ਕੰਟਕ ਰਾਜ ਕਰਾਂ। ਪਰ ਇਹ ਤਾਂ ਸਾਰਾ ਕੁਛ ਆਉਣ ਜਾਣ ਵਾਲਾ ਹੈ। ਪੁੰਨ ਖੀਣ ਤੇ ਮਾਰਤ ਲੋਕੈ, ਕਹਿੰਦੇ 100 ਫੁੱਲਾਂ ਦੀ ਮਾਲਾ ਪਾਈ ਜਾਂਦੀ ਹੈ। ਜਿਉਂ ਜਿਉਂ ਪੁੰਨ ਨਾਸ ਹੁੰਦੇ ਉਹ ਫੁੱਲ ਸੁੱਕਦੇ ਜਾਂਦੇ ਆ, ਸਾਰੇ ਸੁੱਕ ਜਾਂਦੇ ਆ, ਧਰਤੀ 'ਤੇ ਗਿਰਾਏ ਜਾਂਦੇ ਆ। ਇਸ ਵਾਸਤੇ ਪੁੰਨ ਨਾਸ ਹੋ ਗਿਆ। ਫਿਰ ਇਸ ਲੋਕ 'ਚ ਕਰਮਾਂ ਦੇ ਅਨੁਸਾਰ ਜਨਮ ਧਾਰ ਕੇ ਆ ਗਿਆ। ਕਬਹੂ ਜਿਹੜਾ ਉਹ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਟਾਂ ਭਾਲੇ। ਚਾਰੇ ਦੇਸ਼ਾਂ 'ਚ ਭਟਕਦਾ ਫਿਰਦਾ, ਸ਼ਾਇਦ ਉੱਥੋਂ ਜ਼ਿਆਦਾ ਇੱਧਰੋਂ। ਇਹਦੇ ਵਾਸਤੇ 7 ਸਮੁੰਦਰਾਂ ਤੋਂ ਪਾਰ ਬੁੱਢੇ ਠੇਰੇ ਮਾਂ ਪਿਓ ਹੁੰਦੇ, ਉਹਨਾਂ ਨੂੰ ਵੀ ਛੱਡ ਕੇ ਭੱਜ ਜਾਂਦਾ ਹੈ। ਬੱਚੇ ਬੱਚੀਆਂ ਦਾ ਮੋਹ ਛੱਡ ਕੇ ਵੀ ਮਾਇਆ ਵਾਸਤੇ ਪਰਦੇਸਾਂ ਵਿੱਚ ਚਲੇ ਜਾਂਦਾ ਹੈ। ਐਸਾ ਚੱਕਰ ਹੈ। ਉਹ ਜਿਵੇਂ ਇੱਕ ਇਸਤਰੀ ਚਲੇ ਗਈ, ਉਹਦਾ ਪਤੀ ਬਿਮਾਰ ਹੋ ਗਿਆ। ਉਹ ਆਈ ਨਹੀਂ ਵੀ ਪੱਕੀ ਹੋ ਜਾਵਾਂ। ਉਹਨੂੰ ਪੀਲੀਆ ਹੋ ਗਿਆ, ਕਾਲਾ, ਫਿਰ ਵੀ ਨਹੀਂ ਆਈ। ਫਿਰ ਸੁਣਿਆ ਕਿ ਉਹ ਮਰ ਗਿਆ, ਫਿਰ ਨਹੀਂ ਆਈ ਪੱਕੀ ਹੋ ਜਾ। ਪਾਠ ਦਾ ਭੋਗ ਪਿਆ, ਫਿਰ ਨਹੀਂ ਆਈ ਪੱਕੀ ਹੋ ਜਾਵਾਂ। ਗਾਂ ਬੱਚੀ ਦਾ ਵਿਆਹ ਸੀ, ਫਿਰ ਵੀ ਨਹੀਂ ਆਈ ਤੇ ਬਲੈਤ ਵਿੱਚ ਪੱਕੀ ਹੋ ਜਾ। ਫਿਰ ਦੇਖੋ ਪਤੀ ਦੇ ਨਾਲ ਕੀ ਪ੍ਰੇਮ ਹੋਇਆ, ਬੱਚਿਆਂ ਨਾਲ ਸਿਰਫ ਪੱਕੇ ਹੋਣ ਤੱਕ ਹੈ। ਇਸ ਤਰ੍ਹਾਂ ਦਾ ਹੈ ਇਹ ਮਾਇਆ ਵਾਸਤੇ। ਉਹ ਰਿਸ਼ਤੇ ਵੀ ਸਭ ਬਗਾਨੇ ਹੋ ਜਾਂਦੇ ਨੇ। ਇਹ ਨਹੀਂ ਵੀ ਇਹਦਾ ਸਾਰਾ ਕੁਝ ਕੱਚਾ ਹੀ ਆ, ਪੱਕਾ ਤਾਂ ਹੋਏਗਾ ਨਾਮ ਬਾਣੀ ਨਾਲ। ਪਰ ਇਹ ਕਾਚਾ ਧਨ ਸੰਚਿਆ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ।
ਵੇਖਿਆ ਕਿ ਤਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਤਨ ਗੁਰਮਤੀ ਪਾਏ, ਕਾਚਾ ਧਨ ਪੁਨ ਆਵੈ ਜਾਏ। ਇਹ ਕੱਚੇ ਧਨ ਦੇ ਮੋਹ ਵਿੱਚ ਪਤੀ ਵੀ ਬੇਗਾਨਾ ਹੋ ਗਿਆ, ਪਰਿਵਾਰ ਵੀ ਬੇਗਾਨਾ ਹੋ ਗਿਆ, ਬੁੱਢੇ ਬੁੱਢੀਆਂ ਵੀ ਬੇਗਾਨੇ ਹੋ ਗਏ, ਸੱਸ ਸਹੁਰੇ ਵੀ ਬੇਗਾਨੇ ਹੋ ਗਏ, ਵੀ ਧੱਕੇ ਖਾਂਦੇ ਫਿਰਦੇ, ਜੁਲਕਦੇ ਫਿਰਦੇ। ਆ ਦੇਖਦੇ ਹਾਂ ਘਰਾਂ 'ਚ ਹਾਲ ਬੁੱਢੇ ਬੁੱਢੀਆਂ ਦਾ ਕੀ ਇਸ ਤਰ੍ਹਾਂ ਦਾ ਹੋਇਆ। ਕੋਈ ਵਿਚਾਰਾ ਬਿਰਧ ਆਸ਼ਰਮ ਲੱਜਦਾ ਫਿਰਦਾ, ਉੱਥੇ ਕਿਹੜੇ ਮਾਸੀ ਦੇ ਪੁੱਤ ਆ, ਉੱਥੇ ਵੀ ਇਹੀ ਹਾਲ ਆ। ਉਹ ਵੀ ਅੱਜ ਕੱਲ੍ਹ ਬਹੁਤਿਆਂ ਨੇ ਤਾਂ ਇਹ ਮਾਇਆ ਦਾ ਹੀ ਬਣਾਇਆ ਹੋਇਆ ਸਿਲਸਿਲਾ। ਕੋਈ ਨਾ ਕੋਈ ਸੰਸਥਾ ਖੋਲ੍ਹ ਲਈ, ਉੱਥੋਂ ਫਿਰ ਉਹ ਕਮਾਈ ਦਾ ਸਾਧਨ ਵੀ ਬਣਾ ਲੈਂਦੇ ਆ। ਉਹ ਤਾਂ ਡਾਕਟਰ ਭਾਈ ਵੀਰ ਸਿੰਘ ਵਰਗੇ ਵਿਰਲੇ ਵਿਰਲੇ ਬੰਦੇ ਹੈ ਜਿਹੜੇ ਤਿਆਗੀ ਵਿਰਾਗੀ ਸੀਗੇ, ਯਤੀਮਖਾਨੇ ਖੋਲ੍ਹੇ, ਬਿਰਧ ਆਸ਼ਰਮ ਬਣਾਏ, ਦਇਆਵਾਨ ਲੋਕ ਸੀਗੇ। ਅਤੇ ਬਹੁਤੀਆਂ ਸੁਸਾਇਟੀਆਂ ਤਾਂ ਇਸ ਤਰ੍ਹਾਂ ਹੀ ਇੱਕ ਵਪਾਰ ਵਾਲਾ ਹੀ ਬਣਾ ਲਿਆ ਹੈ। ਇਸ ਕਰਕੇ ਉਹ ਜਿਹੜੇ ਜਨਮਦਾਤੇ ਸੀ ਉਹ ਵੀ ਧੱਕੇ ਖਾਂਦੇ ਫਿਰਦੇ ਆ। ਇਸ ਤਰ੍ਹਾਂ ਦਾ ਹਾਲ ਹੈ। ਮਾਇਆ ਪਦਾਰਥਾਂ ਵਾਸਤੇ ਇਨਸਾਨ ਰਿਸ਼ਤੇ ਰੁਸ਼ਤੇ ਬਹੁਤ ਪਿੱਛੇ ਛੱਡ ਜਾਂਦਾ ਹੈ। ਰਾਵਣ ਨੇ ਭੀਸ਼ਣ ਦੇ ਲੱਤ ਮਾਰੀ ਕਿਉਂਕਿ ਸੱਚ ਕਹਿੰਦਾ ਸੀ। ਦੁਰਯੋਧਨ ਆਪਣੀ ਸਕੀ ਭਰਜਾਈ ਨੂੰ ਬੇਪਰਦ ਕਰਨਾ ਸਭਾ ਚਾਹੁੰਦਾ ਮਾਇਆ ਵਾਸਤੇ ਕਿ ਰਾਜ ਮੇਰੇ ਕੋਲ ਰਹੇ। ਹੈ ਤਾਂ ਉਹ ਉਹਦੇ ਚਾਚੇ ਦੇ ਪੁੱਤ ਸੀਗੇ, ਬਗਾਨੇ ਤੋਂ ਕੋਈ ਹੈ ਨਾ। ਪੁਰਾਣੇ ਨਵੀਨ ਹਰਨਾਕਸ਼ ਹਿਰਣਕਸ਼ਿਪ ਲੈ ਲਓ, ਪ੍ਰਹਲਾਦ ਪੁੱਤਰ ਹੀ ਸੀ। ਕਿਉਂਕਿ ਜਿਹੜਾ ਹਿਰਣਕਸ਼ਿਪ ਮਾਰਿਆ ਗਿਆ ਸੀ ਉਹ ਇਹਦਾ ਪੇ ਸੀ, ਹਰਨਾਕਸ਼ ਚਾਚਾ ਸੀ। ਉਹ ਜਿਵੇਂ ਦੂਏ ਪੇ ਕਹਿੰਦੇ ਉਹ ਵੀ ਪੇ ਕਹੀ ਜਾਂਦਾ ਸੀ। ਇਹ ਨਾਬਾਲਗ ਸੀ, ਇਹਨੂੰ ਸਰਪ੍ਰਸਤ ਬਣਾਇਆ ਸੀ। ਉਹ ਦੇਖਦਾ ਸੀ ਪ੍ਰਹਲਾਦ ਨੇ ਹੁਣ ਬਾਲਗ ਬਣਨਾ ਅਤੇ ਰਾਜ ਮੰਗੇਗਾ, ਬਸ ਆਹ ਬਹਾਨਾ ਬਣਾ ਕੇ ਉਹਨੂੰ ਸੂਲੀ ਟੰਗ ਰਿਹਾ ਸੀ। ਅਸਲੀ ਭਾਵ ਵਿੱਚੋਂ ਇਹ ਸੀ। ਸੋ ਇਸ ਵਾਸਤੇ ਧ੍ਰਿਤਰਾਸ਼ਟਰ ਜਿਹੜਾ ਇਹ ਵੀ ਉਹਨਾਂ ਦਾ ਸਰਪ੍ਰਸਤ ਬਣਾਇਆ ਸੀ। ਅਤੇ ਜਿੱਲੇ ਵੀ ਹੱਥ ਚੀਜ਼ ਆ ਜਾ ਛੱਡਣ ਨੂੰ ਕਿਹਦਾ ਚਿੱਤ ਕਰਦਾ। ਕਿ ਪੁੱਤਾਂ ਦੇ ਮੋਹ ਵਿੱਚ ਕੀ ਕੁਛ, ਲਾਖ ਦੇ ਮੰਦਰਾਂ 'ਚ ਸਾੜਨਾ, ਬਣਵਾਸ ਦੇਣੇ, ਕਿੱਥੇ ਤੱਕ ਪਹੁੰਚੇ। ਆਪਣੀ ਹਿੰਡ ਛੱਡੀ ਨਹੀਂ, 18 ਕੂਣੀਆਂ ਖੱਪ ਗਈਆਂ। ਦੇਸ਼ ਸਾਰਾ ਤਬਾਹ। ਉੱਥੋਂ ਗੁਲਾਮੀ ਦਾ ਮੀਲ ਪੱਥਰ ਰੱਖਿਆ ਗਿਆ ਹਿੰਦੁਸਤਾਨ 'ਚ। ਇਹ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਉੱਥੋਂ ਹਮਲੇ ਹੋਣੇ ਸ਼ੁਰੂ ਹੋ ਗਏ। ਸਿਰਫ ਆਪਣੇ ਸਵਾਰਥ ਢਿੱਡ ਵਾਸਤੇ ਇਹ ਰਾਜਨੀਤਿਕ ਲੋਕ ਇਸ ਦੇਸ਼ ਨੂੰ 1250 ਸਾਲ ਗੁਲਾਮੀ ਦੇ ਜੂਲੇ ਥੱਲੇ ਦੇ ਦਿੱਤਾ ਆਪਣੀ ਚੌਧਰ ਪਿੱਛੇ। ਇਹ ਰਾਜਨੀਤਿਕ ਲੋਕਾਂ ਦਾ ਐਸਾ ਹਾਲ ਹੈ। ਸੋ ਇਸ ਵਾਸਤੇ ਕਬੀਰ ਜੀ ਇਹ ਸਾਰਾ ਪ੍ਰਕਰਨ ਬੜਾ ਸੋਹਣਾ ਦੱਸ ਰਹੇ ਹਨ। ਹਾਂਜੀ ਪੜ੍ਹੋ। ਖਸਮ ਮਰੈ ਤਉ ਨਾਰ ਨਾ ਰੋਵੈ। ਹਾਂ, ਜਦੋਂ ਖਸਮ ਮਾਇਆ ਦਾ ਮਾਲਕ ਮਰ ਜਾਂਦਾ ਤੇ ਮਾਇਆ ਨਹੀਂ ਰੋਂਦੀ ਹੈ। ਉਸ ਰਖਵਾਰਾ ਔਰੋ ਹੋਵੈ। ਇਹ ਮਾਇਆ ਨੂੰ ਸਾਂਭਣ ਵਾਲਾ ਹੋਰ ਹੋ ਜਾਂਦਾ ਵੀ ਚੱਲ ਤੈਨੂੰ ਤਾਂ ਹੁਣ ਫੂਕ ਆਏ, ਆਪਾਂ ਹੀ ਮਾਲਕ ਹਾਂ। ਇਹਦਾ ਰਖਵਾਲਾ, ਇਹਦਾ ਮਾਲਕ। ਉਹ ਬੁੱਢੀਆਂ ਨੇ ਕੰਨਾਂ 'ਚ ਮੁਰਕੀਆਂ ਪਾਈਆਂ ਹੁੰਦੀਆਂ, ਗਲ ਵਿੱਚ ਹੁੰਦਾ ਪਹਿਲਾਂ ਲਾ ਲਓ ਇਹ, ਫਿਰ ਹੀ ਸੰਸਕਾਰ ਕਰਾਂਗੇ। ਬੁੱਢੀ ਦਾ ਪਿਆਰ ਕਿਹਨੂੰ? ਮਾਇਆ ਦਾ ਪਿਆਰ ਹੈ ਜਾਂ ਬੰਦੇ ਦਾ? ਇਸ ਤਰ੍ਹਾਂ ਹੀ ਹੈ। ਲਟ ਛਿੜਕਾਏ ਤਿਰੀਆ ਰੋਵੈ, ਅੱਗੇ ਹੰਸ ਅਕੇਲਾ ਜਾਈ। ਡੇਰੀ ਬੈਠੇ ਮੇਰੀ ਰੋਵੈ, ਖਟੀਆ ਲੈ ਗਏ। ਭਾਈ ਕੌਣ ਹੈ? ਇਸ ਵਾਸਤੇ ਕਹਿੰਦੇ ਹਨ ਕਿ ਉਸ ਰਖਵਾਰਾ, ਇਸ ਮਾਇਆ ਦਾ ਰਖਵਾਲਾ ਸਾਂਭਣ ਵਾਲਾ ਕੋਈ ਹੋਰ ਬਣ ਜਾਂਦਾ ਹੈ। ਰਖਵਾਰੇ ਕਾ ਹੋਏ ਵਿਨਾਸ਼। ਉਹ ਰੱਖਿਆ ਕਰਨ ਵਾਲਾ ਜਦੋਂ ਮਰ ਜਾਂਦਾ ਹੈ ਉਹਦਾ ਨਾਸ ਹੋ ਜਾਂਦਾ ਹੈ।
ਆਗੈ ਨਰਕ ਈਹਾ ਭੋਗ ਬਿਲਾਸ। ਜਦੋਂ ਇੱਥੇ ਭੋਗ ਵਿਲਾਸ ਮਾੜੇ ਐਸ਼ ਵਰਜਾਂ ਵਿੱਚ ਪਿਆ ਰਿਹਾ, ਪੁੱਠਿਆਂ ਕੰਮਾਂ ਵਿੱਚ, ਅੱਗੇ ਜੀਵ ਦਾ ਨਰਕਾਂ ਵਿੱਚ ਨਿਵਾਸ ਹੁੰਦਾ। ਕਿਉਂਕਿ ਜਿਹੜੇ ਮਾਇਆ ਜ਼ਿਆਦਾ ਆ ਜਾਂਦੀ ਹੈ ਅਤੇ ਮਾੜੇ ਕੰਮ ਵੀ ਬਹੁਤ ਕਰਦਾ ਨਾ, ਅਤੇ ਮਾਇਆ ਦੇ ਜ਼ੋਰ ਨਾਲ ਆਪਣੇ 'ਤੇ ਪੜਦਾ ਵੀ ਪਾਉਂਦਾ। ਹੁਣ ਗਰੀਬ ਆਦਮੀ ਚੰਗਾ ਵੀ ਹੋਵੇ ਉਦੋਂ ਵੀ ਲੋਕ ਭੰਡਦੇ ਆ। ਮਾਇਆਧਾਰੀ ਆ, ਉਹ ਕਰਮ ਵੀ ਸਾਰੇ ਕਾਲੀ ਚਾਦਰ ਲੈ ਕੇ ਕਰੀ ਜਾਂਦੇ ਆ। ਉਹ ਮਾਇਆਧਾਰੀਆਂ ਤੋਂ ਡਰਦੇ ਬੋਲਦੇ ਨਹੀਂ, ਕਿਉਂ ਆਪਣੇ ਦੁਆਲੇ ਅੰਗ ਵੀ ਰੱਖ ਲੈਂਦੇ ਆ। ਗੁੰਡਿਆਂ ਦਾ ਵੀ ਜੋੜ ਮੇਲ ਹੁੰਦਾ ਮਾਇਆਧਾਰੀਆਂ ਦਾ, ਇਸ ਕਰਕੇ ਉਹ ਕੁਕਰਮ ਤਾਂ ਬਹੁਤ ਕਰਦੇ ਆ ਅਤੇ ਗਰੀਬ ਆਦਮੀ ਦੀ ਹਰੇਕ ਹੀ ਪੱਤ ਘੇੜਦਾ। ਇਹ ਜਿਹੜੇ ਆ ਫਿਰ ਉਹ ਆਪਣੇ ਮਾਇਆ ਦੁਆਰਾ ਛਲ ਵੱਲ ਬਹੁਤ ਤਰ੍ਹਾਂ ਦੀ ਵਿਡੰਬਨੀ ਕਿਰਿਆ ਕਰਕੇ ਆਪਣੇ ਔਗਣਾਂ ਨੂੰ ਲੁਕੋਈ ਛੱਡਦੇ ਆ, ਜਿਹੜੇ ਮਾਇਆਧਾਰੀ ਬੰਦੇ ਹੁੰਦੇ ਆ। ਇਸ ਕਰਕੇ ਕਹਿੰਦੇ ਆ ਇਹਦਾ ਰਖਵਾਲਾ ਹੋਰ ਹੋ ਜਾਂਦਾ। ਜਦੋਂ ਰੱਖਿਆ ਕਰਨ ਵਾਲਾ ਉਹਦਾ ਨਾਸ ਹੋ ਜਾਂਦਾ ਹੈ। ਏਕ ਸੁਹਾਗਣ ਜਗਤ ਪਿਆਰੀ। ਇਹ ਮਾਇਆ ਕਦੀ ਰੰਡੀ ਨਹੀਂ ਹੁੰਦੀ, ਸਦਾ ਹੀ ਸੁਹਾਗਣ ਹੈ। ਇਹ ਸਾਰੇ ਸੰਸਾਰ ਦੀ ਪਿਆਰੀ। ਇੱਕ ਮਰ ਗਿਆ ਜਿਹਦਾ ਮਾਲਕ ਦੂਆ ਬਣ ਗਿਆ, ਫਿਰ ਰੰਡੀ ਨਾ ਹੋਈ, ਵਿਧਵਾ ਨਾ ਹੋਈ। ਇਸ ਕਰਕੇ ਇਹ ਮਾਇਆ ਸਦਾ ਆਪਣੇ ਆਪ ਨੂੰ ਸੁਹਾਗਣ ਮੰਨਦੀ ਹੈ। ਇਹਦਾ ਕੋਈ ਨਾ ਕੋਈ ਹੋਰ ਬੇਲੀਵਾਰ ਖਸਮ ਕਿਸਾਈ ਬਣ ਜਾਂਦਾ ਹੈ। ਇਸ ਵਾਸਤੇ ਫੇਰ ਪੜ੍ਹ ਪਈ ਏਕ ਸੁਹਾਗਣ ਜਗਤ ਪਿਆਰੀ। ਇਹ ਜਿਹੜੀ ਮਾਇਆ ਰੂਪੀ ਸੁਹਾਗਣ ਹੈ, ਇਹ ਸਾਰੇ ਸੰਸਾਰ ਦੀ ਬੜੀ ਪਿਆਰੀ ਹੈ। ਸਗਲੇ ਜੀਵ ਜੰਤ ਕੀ ਨਾਰੀ। ਇਹ ਸਾਰੇ ਜੀਵ ਜੰਤਾਂ ਦੀ ਨਾਰੀ ਇਸਤਰੀ ਹੈ। ਕਿਉਂਕਿ ਇੱਕ ਚਲੇ ਜਾਂਦਾ, ਪਹਿਲਾਂ ਇਹ ਕੌਣ ਮਾਲਕ ਸੀ, ਇਹਦਾ ਦਾਦਾ ਪੜਦਾਦਾ ਸੀ, ਹੁਣ ਤੂੰ ਆ, ਕੱਲ੍ਹ ਨੂੰ ਕੌਣ ਹੋਏਗਾ, ਕੱਲ੍ਹ ਨੂੰ ਕੋਈ ਹੋਰ ਆ ਕੇ ਇਹਦਾ ਬੇਲੀ ਵਾਰਸ ਬਣ ਜਾਂਦਾ। ਜਦੋਂ ਇਹ ਹੁੰਦਾ ਹੈ ਕਹਿੰਦਾ ਮੇਰੀ ਮਾਇਆ, ਇਹ ਤੋਂ ਪਹਿਲਾਂ ਕੌਣ ਸੀ। ਉਹ ਜਿਵੇਂ ਇੱਕ ਮਹਾਂਪੁਰਖ ਜਾ ਰਹੇ ਸੀ, ਉਹ ਵਰਸ਼ਾ ਬਹੁਤ ਹੋਣ ਲੱਗੀ। ਉਹ ਬੜਾ ਸੋਹਣਾ ਕੋਈ ਮਕਾਨ ਸੀ ਚਿਤਰਿਆ ਹੋਇਆ, ਦਰਸ਼ਨੀ ਡਿਓੜੀ ਅਮੀਰ ਲੋਕ ਬਣਾ ਲੈਂਦੇ ਆ ਕਿ ਡੇੜੀ 'ਚ ਦਰਸ਼ਨ ਕਰਕੇ ਮੁੜ ਜਾਓ, ਅੰਦਰ ਨਾ ਵੜਿਓ। ਇਹ ਤਾਂ ਗੁਰੂ ਨਾਨਕ ਦੇ ਘਰ ਦੀ ਦਰਸ਼ਨੀ ਡੇੜੀ ਹੈ ਨਾ, ਜਿਹੜੀ ਕਹਿੰਦੀ ਅੱਗੇ ਜਾਓ। ਵੱਡਿਆਂ ਲੋਕਾਂ ਦਾ ਤਾਂ ਇਹੋ ਜਿਹਾ ਹੀ ਹੈ ਨਾ, ਉਹ ਕੁੱਤੇ ਬਿੱਲੇ ਹੁੰਦੇ ਆ, ਉਹ ਵੀ ਭੌਂ ਭੌਂ ਕਰਦੇ ਆ। ਜਿਹੜੇ ਮੂਹਰੇ ਬੋਡੀਗਾਰਡ ਉਹਨਾਂ ਦਾ ਵੀ ਇਹੋ ਜਿਹਾ ਹੀ ਹੁੰਦਾ, ਉਹ ਵੀ ਚੰਗਾ ਨਹੀਂ ਬੋਲਦੇ ਹੁੰਦੇ, ਆਏਗਾ ਨਾ ਸਲੂਕ ਚੰਗਾ ਨਹੀਂ ਕਰਦੇ ਹੁੰਦੇ ਵੱਡਿਆਂ ਲੋਕਾਂ ਦੇ। ਜਿਹੜੇ ਉਹ ਸੰਤ ਚਲਿਆ ਹੋਇਆ, ਉਹ ਕਹਿੰਦੇ ਤੂੰ ਸੰਤ ਜੀ ਆਇਆ। ਕਹਿੰਦੇ ਵੀ ਮੀਂਹ ਪੈਂਦਾ ਸੀ, ਮੀਂਹ ਹਟ ਜਾਏਗਾ ਚਲੇ ਜਾਵਾਂਗੇ। ਉਹ ਨੌਕਰਾਂ ਚਾਕਰਾਂ ਗੱਲ ਹੋਏ, ਅੰਦਰ ਉਹ ਬੜਾ ਸਾਰਾ ਤਕੀਆ ਜਿਹਾ ਲਾ ਕੇ ਬੈਠਾ ਹੋਇਆ, ਗੱਦਾ ਜਿਹਾ ਲਾ ਕੇ। ਉਹ ਨੌਕਰ ਨੂੰ ਕਹਿੰਦਾ ਕੀ ਕਹਿ ਰਿਹਾ ਫੁਕਰਾ। ਫੁਕਰਾ ਹੀ ਦੀਦਾ ਉਹਨੂੰ, ਕਹਿੰਦਾ ਫੁਕਰਾ ਕੀ ਕਹਿ ਰਿਹਾ। ਉਹ ਕਹਿੰਦਾ ਵੀ ਮੈਂ ਇਹਨੂੰ ਕਿਹਾ ਤੂੰ ਇੱਥੇ ਆਇਆ। ਕਹਿੰਦੇ ਮੀਂਹ ਪੈਂਦਾ ਆਰਾਮ ਲਈ। ਉਹ ਕਹਿੰਦਾ ਇਹ ਸਰਾਂ ਹੈ ਜਿੱਥੇ ਤੂੰ ਆ ਵੜਿਆ। ਸੰਤ ਕਹਿੰਦੇ ਸਰਾਂ ਨਹੀਂ ਤਾਂ ਹੋਰ ਕੀ ਹੈ ਇਹ, ਅਤੇ ਤੇਰੇ ਤੋਂ ਪਹਿਲਾਂ ਇੱਥੇ ਕੌਣ ਸੀ। ਅਖੇ ਮੇਰਾ ਪਿਓ ਸੀ, ਉਦੋਂ ਪਹਿਲਾਂ ਮੇਰਾ ਦਾਦਾ, ਉਦੋਂ ਗਾਂ ਦਾਦਾ ਲੱਕੜ ਦਾਦਾ ਛੱਕੜ ਦਾਦੇ ਸੀਗੇ। ਕਹਿੰਦੇ ਵੀ ਸਰਾਂ ਹੀ ਆ ਜਿੱਥੇ ਕਈ ਆਏ ਕਈ ਚਲੇ ਗਏ। ਫਿਰ ਉਹਦੇ ਖਾਨੇ ਹੋ ਗਈ, ਕਹਿਣ ਲੱਗੇ ਐਵੇਂ ਹੰਕਾਰ ਨਾ ਕਰ, ਚਾਰ ਇੱਟਾਂ ਲਾ ਕੇ ਖੇਤੀ ਦੇਖ ਗਈ ਬਾਜੇ ਵਜਾਏ। ਬੋਹੀ ਕਰਿਆ ਸੀ ਜੋ ਸਾਚਾ ਖੁਦਾਏ, ਕੀਜੇ ਤਵੱਜਾ ਨਾ ਕੀਜੇ ਗੁਮਾਨ, ਨਾ ਰਹਿਸੀ ਦੁਨੀਆ ਨਾ ਰਹਿਸੀ ਦੀਵਾਨ। ਇਹ ਸਦਾ ਰਹਿਣ ਵਾਲੀਆਂ ਚੀਜ਼ਾਂ ਨਹੀਂ। ਸੰਤ ਕਹਿਣ ਲੱਗਾ
ਚਾਰ ਕੌਡਾਂ ਆ ਗਈਆਂ, ਤੂੰ ਆਪਣੇ ਆਪ ਨੂੰ ਬਹੁਤ ਵੱਡਾ ਦੱਸਦਾ, ਦੂਆਂ ਨੂੰ ਫੁਕਰੇ ਦੱਸਦਾ। ਇਹ ਉੱਠ ਕੇ ਆਇਆ, ਇਹਦਾ ਚੱਪਲਾਂ ਵੀ ਨਹੀਂ ਪਾਈਆਂ, ਮੱਥਾ ਲੱਗਾ ਟੇਕਣ। ਕਹਿੰਦੇ ਕੋਈ ਨਹੀਂ, ਮਾਫ ਕਰ ਦਿਓ। ਕਹਿੰਦੇ ਹੰਕਾਰ ਨਹੀਂ ਕਰੀਦਾ ਹੁੰਦਾ, ਜੇ ਕਿਸੇ ਪੁੰਨ ਨਾਲ ਕੋਈ ਸੁੱਖ ਵਿਭੂਤੀ ਮਿਲ ਗਈ ਹੈ, ਆਏ ਗਏ ਅਤਿਥੀ ਦਾ ਸਤਿਕਾਰ ਕਰੀਦਾ ਹੁੰਦਾ, ਆਸਣ ਦੇਈਦਾ। ਆਗਤੰ ਸਵਾਗਤੰ ਸਾਰੰ, ਭੋਜਨ ਚਾ ਕਿਰਤੰ ਸਾਰੰ, ਇਸਤਰੀਆ ਜਾਂ ਤਾੜਨੰ ਸਾਰੰ, ਰਾਤਰੀ ਦਾ ਜਾਗਰਣ ਸਾਰੰ। ਇਹ ਸਾਰ ਵਸਤੂਆਂ ਹੁੰਦੀਆਂ ਹਨ। ਸੋ ਇਸ ਵਾਸਤੇ ਫਿਰ ਸੰਤਾਂ ਨੇ ਉਹਨੂੰ ਸਮੱਤ ਦਿੱਤੀ। ਫਿਰ ਉਹ ਨੇਕੀ ਦੇ ਰਸਤੇ 'ਤੇ ਤੁਰਿਆ, ਕਿਉਂਕਿ ਜਿਹੜੇ ਮਹਾਤਮਾ ਲੋਕ ਹੁੰਦੇ ਆ, ਉਹਨਾਂ ਦਾ ਇਹੀ ਤਰੀਕਾ ਹੁੰਦਾ। ਸੋ ਇਸ ਵਾਸਤੇ ਕਬੀਰ ਸਾਹਿਬ ਵੀ ਸਾਨੂੰ ਦੱਸ ਰਹੇ ਹੈ ਕਿ ਭਾਈ ਇਹ ਜਿਹੜੀ ਮਾਇਆ, ਇਹਦਾ ਇਸੇ ਤਰ੍ਹਾਂ ਦਾ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅਸਥਾਈ ਟੇਕ ਦੀ ਪੰਗਤੀ ਦੁਆਰਾ ਉਸੇ ਅਰਥ ਨੂੰ ਅੱਗੇ ਹੋਰ ਸਮਝਾਉਂਦੇ ਹਨ। ਸੁਹਾਗਣ ਗਲ ਸੋਹੈ ਹਾਰ, ਇਹ ਮਾਇਆ ਆਪਣੇ ਆਪ ਨੂੰ ਬੜਾ ਸੁਹਾਗਣ ਮੰਨਦੀ ਹੈ। ਇਹਦੇ ਗਲ ਵਿੱਚ ਪਾਇਆ ਹੋਇਆ ਹਾਰ 9 ਲੱਖਾ, ਇਹ ਬੜਾ ਸ਼ੋਭਾ ਪਾ ਰਿਹਾ ਹੈ। ਸੰਤ ਕਉ ਬਿਖ ਬਿਗਸੈ ਸੰਸਾਰ, ਜਿਹੜਾ ਸੰਤ ਪਹੁੰਚਾ ਹੋਇਆ ਪੁਰਸ਼ ਹੈ, ਜਿਹਦੇ ਅੰਦਰੋਂ ਸਾਰੀ ਬੁਰਾਈ ਦਾ, ਸੰਸਾਰ ਦੀ ਵਾਸ਼ਨਾ ਦਾ ਅੰਤ ਹੋ ਗਿਆ, ਇੱਕ ਪਰਮਾਤਮਾ ਨਾਲ ਸੁਰਤੀ ਜੁੜ ਗਈ, ਉਹਦਾ ਨਾਮ ਸੰਤ ਆ। ਸੰਤ ਅਨੰਤ ਹੈ ਅੰਤਰ ਨਾਹੀ। ਫਿਰ ਪੜ੍ਹ ਗਈ ਪੰਗਤੀ। ਸੰਤ ਕਉ ਬਿਖ ਬਿਗਸੈ ਸੰਸਾਰ, ਆ ਸੰਤ ਜਿਹੜਾ ਉਹ ਤੈਨੂੰ ਜ਼ਹਿਰ ਸਮਝਦਾ, ਬਾਕੀ ਜਿੰਨਾ ਸੰਸਾਰ ਹੈ ਉਹ ਮਾਇਆ ਦੇਖ ਕੇ ਖੁਸ਼ ਬੜਾ ਹੁੰਦਾ। ਅੱਜ ਵੀ ਦੁਕਾਨ 'ਤੇ ਗੱਲਾ ਭਰ ਗਿਆ, ਗੱਲੇ 'ਚ ਮਾਇਆ ਪੈਂਦੀ ਨਾ। ਹੁਣ ਤਾਂ ਜੇਬਾਂ ਵੀ ਭਰੀਆਂ ਹੋਈਆਂ ਠੋਕ ਠੋਕ ਕੇ। ਐਤਕੀ ਵੀ ਇੰਨਾ ਵੱਟ ਲਾਂਗੇ, ਇੰਨਾ ਵੱਟ ਲਿਆ, ਦੇਖ ਦੇਖ ਕੇ ਖੁਸ਼ ਹੁੰਦੇ ਨੇ, ਬਹੁਤ ਖੁਸ਼ ਹੁੰਦੇ ਆ। ਉਹ ਜ਼ਹਿਰ ਰੂਪ ਦੇਖਦਾ ਅਤੇ ਜਿਹੜਾ ਸੰਸਾਰ ਆ ਉਹ ਦੇਖਦੇ ਖੁਸ਼ ਹੁੰਦਾ, ਬੜੀਆਂ ਲੁੱਡੀਆਂ ਪਾਉਂਦਾ ਹੈ। ਕਾਰ ਸ਼ਿੰਗਾਰ ਬਹਿ ਪਖਿਆਰੀ, ਹਾਂ, ਇਹ ਸ਼ਿੰਗਾਰ ਕਰਕੇ ਪਖਿਆਰੀ ਇੱਕ ਬੇਸਪਾ ਦੀ ਨਿਆਏ ਹੈ। ਜਿਵੇਂ ਬੇਸਪਾ ਜਿਹੜੀ ਹੈ ਉਹ ਸ਼ਿੰਗਾਰ ਕਰਕੇ ਸ਼ਿਕਾਰੀ ਬਣ ਕੇ ਜਿਹੜੇ ਵਕਾਰੀ ਲੋਕ ਆ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਦੇ ਜੀਵਨ ਨੂੰ ਨਸ਼ਟ ਭ੍ਰਸ਼ਟ ਕਰ ਦਿੰਦੀ ਹੈ। ਜਿਹਨੂੰ ਅੱਜ ਕੱਲ੍ਹ ਏਡ ਸ਼ੇਡ ਕਹਿੰਦੇ ਆ, ਇਹ ਕੋਈ ਨਵੀਂ ਨਹੀਂ ਨਿਕਲੀ, ਪੁਰਾਣੀ ਹੈ। ਸਾਡੇ ਗ੍ਰੰਥਾਂ 'ਚ ਇਹਦਾ ਨਾਂ ਆ, ਇਹਨੂੰ ਆਤਸ਼ਾ ਕਹਿੰਦੇ ਆ। ਗੋਰੇ ਆਏ, ਇਹਦਾ ਨਾਂ ਪੈ ਗਿਆ ਬਾਦ ਫਰੰਗ। ਫਰੰਗੀ ਲਿਆਏ ਇਸ ਦੇਸ਼ ਵਿੱਚ, ਕਿਉਂ ਸਾਡੇ ਦੇਸ਼ ਦੇ ਲੋਕ ਬੜੇ ਜਤੀ ਸਤੀ ਸੀ। ਇਹ ਬਿਮਾਰੀ ਸਮੁੰਦਰੋਂ ਪਾਰੋਂ ਆਈ ਸੀ। ਉਹ ਜਿਹੜੇ ਬਾਦ ਫਰੰਗ, ਬਾਦ ਨਾਮ ਹੁੰਦਾ ਕੋਹੜ ਦਾ, ਫਰੰਗ ਫਰੰਗੀ ਲੈ ਕੇ ਆਏ। ਇਹਦਾ ਨਾਂ ਗ੍ਰੰਥਾਂ 'ਚ ਬਾਦ ਫਰੰਗ ਹੈ, ਜਿਹਨੂੰ ਅੱਜ ਕੱਲ੍ਹ ਏਡ ਸ਼ੇਡ ਕਹਿੰਦੇ ਆ। ਸੋ ਇਸ ਵਾਸਤੇ ਕਹਿੰਦੇ ਮਾਇਆ ਪਖਿਆਰੀ, ਬੇਸਵਾ ਦੀ ਨਿਆਈ, ਸ਼ਿਕਾਰੀ ਵਾਂਗੂ ਸ਼ਿੰਗਾਰ ਰੂਪੀ ਫਾਹੀਆਂ ਲਾ ਕੇ ਜਿਹੜੇ ਕਾਮੀ ਪੱਠੇ ਆ ਜਾਲ 'ਚ ਫਸਾ ਕੇ ਉਹਨਾਂ ਦੇ ਜੀਵਨ ਨੂੰ, ਜਤ ਸਤ ਨੂੰ ਬਰਬਾਦ ਕਰ ਦਿੰਦੀ ਹੈ। ਸੰਤ ਕੀ ਠਿਠਕੀ ਫਿਰੈ ਵਿਚਾਰੀ, ਹਾਂ, ਸੰਤ ਦੀ ਠਿਠਕੀ ਦੁਰਕਾਰੀ ਹੋਈ, ਇਹਦਾ ਧੱਕੇ ਖਾਂਦੀ ਫਿਰਦੀ ਹੈ। ਅਤੇ ਬਾਕੀ ਜਿਹੜਾ ਸੰਸਾਰ ਉਹਦਾ ਇਹ ਹੀ ਹੈ। ਉਹ ਜਿਵੇਂ ਸਾਧ ਸੰਗਤ ਜੀ ਆਪਣੇ ਕੋਈ ਆਪਣੇ ਆਪ ਨੂੰ ਬੜਾ ਕਹਾਉਂਦਾ ਸੀ ਕਿ ਮਾਇਆ ਆ ਗਈ, ਮਾਰਾ ਭੰਡਾਰਾ ਕਰਨਾ,
ਇਹ ਨਿੰਦਾ ਵਰਜਿਆ। ਉਹ ਸਾਧ ਸਿੰਘ ਰਾਹ 'ਚ ਨਦੀ ਸੀ, ਕਹਿੰਦੇ ਪਾਣੀ ਬਹੁਤ ਚੜ੍ਹਿਆ, ਕਹਿੰਦੇ ਮੈਂ ਤਾਂ ਲੰਘ ਕੇ ਆਈ ਹਾਂ, ਤੇ ਸੰਗਲੀਆਂ ਫੜੇ ਹੋਏ। ਇਹ ਕਾਹਦੇ ਲਈ? ਸੰਕਲ ਜੇਵਰੀ ਲੈ ਹੈ ਆਈ, ਇਹ ਕਾਹਲੇ ਚੁੱਕੀ ਫਿਰਦੇ ਆ। ਕਹਿੰਦੇ ਜਿਹੜੇ ਤੇਰੇ ਵਰਗੇ ਵੱਡੇ ਵੱਡੇ ਨਾ ਉਹਨਾਂ ਨੂੰ ਜੁੱਟ ਕੇ ਲੈ ਜਾਂਦੀ ਆ। ਕਹਿੰਦਾ ਜਿਹੜਾ ਮੇਰੇ ਵਰਗੇ ਆ, ਕਹਿੰਦੇ ਤੈਨੂੰ ਦਾ ਟਟਵੈਰ ਬਣਾ ਕੇ ਅੱਡੀਆਂ ਮਾਰ ਕੇ ਤੋਰ ਲੈਂਦੀ ਆ। ਹੁਣ ਉਹ ਵੀ ਭੰਡਾਰਾ ਛਕਣ ਨੂੰ ਮਿਲੇਗਾ, ਤੇ ਦਕਸ਼ਣਾ ਪੂਜਾ ਵੀ ਹੋਏਗੀ, ਤੇ ਮੂੰਹ ਭਰਦਾ ਸੀ, ਲਾਲਚ ਵੀ। ਨਦੀ ਸੀ ਕਿ ਮਹਾਰਾਜ ਮੈਂ ਤੁਹਾਡੀ ਪੁੱਤਰੀ ਵਾਂਗੂ ਹਾਂ, ਤੇ ਤੁਸੀਂ ਮੈਨੂੰ ਮੋਢਿਆਂ ਤੋਂ ਲੈ ਚਲੋ। ਪਹਿਲਾਂ ਤਾਂ ਕਿ ਲੋਕ ਨਿੰਦਾ ਕਰਨਗੇ, ਕਹਿੰਦੇ ਜੀ ਪੇ ਪੁੱਤਰੀ ਦਾ ਕੀ ਹੁੰਦਾ। ਉਹ ਮੋਢਿਆਂ 'ਤੇ ਸਵਾਰ ਹੋ ਗਈ, ਹੁਣ ਉਹਦੇ ਅੱਡੀਆਂ ਮਾਰ ਰਹੀ ਹੈ। ਇਹ ਕੀ? ਕਹਿੰਦੇ ਤੂੰ ਪੁੱਛਿਆ ਵੇ ਸੰਗਲੀਆਂ ਕਾਹਲੇ ਚੱਕੇ ਆ। ਕਹਿੰਦੇ ਜਿਹੜੇ ਬੜੇ ਕਹਾਉਂਦੇ ਨਾ ਆਪਣੇ ਆਪ ਨੂੰ, ਉਹਨਾਂ ਨੂੰ ਜਿਹੜੇ ਤੇਰੇ ਵਰਗੇ ਹੁੰਦੇ ਆ, ਉਹਨਾਂ ਨੂੰ ਟਟਵੈਰ ਬਣਾ ਕੇ ਅੱਡੀਆਂ ਮਾਰ ਕੇ ਤੋਰ ਲੈਂਦੀ ਹਾਂ। ਨਗਟੀ ਕੋ ਠਨਗਨ ਬਾਂਡਾ ਡੂ, ਕਿਨੇ ਬਵੇਖੀ ਕਾਟੀ ਤੂੰ, ਸਗਲਿਆਂ ਕੀ ਹੋ ਬਹਿਨ ਭਾਣਜੀ, ਜਿਨ੍ਹਾਂ ਬਰੀ ਤਿਸ ਚੇਰੀ, ਐਸਾ ਬਾਣੀ ਦੇ ਕਰਤੇ ਨੇ ਕਿਹਾ ਹੈ। ਸੰਤ ਭਾਗ ਉਹ ਪਾਸ਼ੈ ਪਰੈ, ਸੰਤ ਤਾਂ ਪਿੱਛੇ ਹਟਦੇ ਆ, ਇਹ ਭੱਜ ਕੇ ਉਹਨਾਂ ਦੇ ਚਰਨੀ ਪੈਂਦੀ ਹੈ। ਕਉ ਕਬੀਰ ਜਬ ਤਿਆਗ ਦਈ, ਤਾਂ ਫਿਰ ਸ਼ਰਣੀ ਆਏ ਪਈ। ਬਾਕੀ ਤਾਂ ਦੌੜ ਕੇ ਇਹਦੇ ਮਗਰ ਜਾਂਦੇ ਆ, ਉਹ ਤਿਆਗਦੇ ਆ। ਉਹਨਾਂ ਦਾ ਹੁੰਦਾ ਮੈਨੂੰ ਸੇਵਾ ਵਿੱਚ ਲਾ ਕੇ ਸਫਲ ਕਰ ਦਿਓ। ਉਹ ਜਿਹੜੇ ਫਿਰ ਮਹਾਂਪੁਰਖ ਆ, ਉਹ ਨਿਸ਼ਾਨ ਸਾਹਿਬ ਵਿੱਚ ਲਾ ਦਿੱਤਾ, ਕੋਈ ਗੁਰਦੁਆਰਾ ਸਾਹਿਬ ਬਣਾ ਦਿੱਤਾ, ਸਰੋਵਰ ਬਣਾ ਦਿੱਤਾ, ਕੋਈ ਸਕੂਲ ਕਾਲਜ ਹਸਪਤਾਲ ਬਣਾ ਦਿੱਤਾ, ਕੋਈ ਸੜਕਾਂ ਸਹੀ ਬਣਾਤੀਆਂ, ਬਾਗ ਬੋਲੀਆਂ, ਕੋਈ ਔਸ਼ਧਾਲਿਆ ਖੋਲ੍ਹ ਦਿੱਤੀ। ਉਹ ਤਾਂ ਫਿਰ ਪਰਪਕਾਰ ਚਲਾਉਂਦੇ ਆ। ਬਾਕੀ ਜਿਹੜੀ ਦੁਨੀਆ ਆ, ਉਹ ਫਿਰ ਹੁਣ ਮੈਂ ਬੱਚਿਆਂ ਵਾਸਤੇ, ਪੋਤੇ ਪੋਤਿਆਂ ਲਈ, ਉਹ ਜਿਵੇਂ ਨੇ ਕਿਸੇ ਨੇ ਬਹੁਤ ਮਾਇਆ ਜੋੜੀ। ਇਹ ਮਹਾਰਾਜ ਮਾਇਆ ਕਹਿੰਦੇ ਤੇ ਤੂੰ ਤਾਂ 7 ਪੁਸ਼ਤਾਂ ਨਹੀਂ ਮੁੱਕਦੀ। ਕਹਿੰਦੇ 8ਵੀਂ ਦਾ ਕੀ ਬਣੂਗਾ? 8ਵੀਂ ਦਾ ਕੀ ਬਣੂ? 8ਵੀਂ ਪੁਸ਼ ਦਾ ਫਿਕਰ ਆ, ਤੇ ਤੇਰਾ ਪਤਾ ਨਹੀਂ ਕਿਹੜੇ ਵੇਲੇ ਫੂਕ ਨਿਕਲ ਜਾਣੀ ਹੈ। ਤੂੰ 8ਵੀਂ ਪੁਸ਼ ਦਾ ਫਿਕਰ ਕਰਦਾ। ਆ ਜਿਹੜੇ ਲੀਡਰ ਆ, ਜਦੋਂ ਕੁਰਸੀ ਮਿਲ ਜਾਂਦੀ ਨਾ, ਤੁਹਾਡੀ ਵੋਟ ਨਾ, ਪਤਾ ਨਹੀਂ ਗਾਂਹ ਮਿਲਣਾ ਕਿ ਨਹੀਂ ਮਿਲਣਾ। ਹੁਣ ਬਸ ਇਕੱਠਾ ਕਰ ਲਓ, ਲੱਗੇ ਹੋਏ ਆ ਐਨ ਚੰਗੀ ਖੱਲ ਲਾ ਕੇ ਪਰਜਾ ਨੂੰ ਅਧੇੜ ਮਾਰ ਰਹੇ ਆ। ਉਹ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਵਿਕਰਮਾਜੀਤ ਵਰਗੇ, ਜਿਹੜੇ ਪਰਜਾ ਨੂੰ ਪੁੱਤਰਾਂ ਦੀ ਨਿਆਈ ਸਮਝ ਕੇ ਪਾਲਦੇ ਸੀ। ਹੁਣ ਠਗਵਾੜਾ ਠੱਗੀ ਦੇਸ਼, ਇੱਕ ਠੱਗ ਨਹੀਂ, ਹੁਣ ਸਾਰਾ ਦੇਸ਼ ਹੀ ਐਸਾ ਬਣਿਆ ਹੋਇਆ। ਇਸ ਵਾਸਤੇ ਭਗਤ ਜੀ ਬਚਨ ਕਰਦੇ ਹਨ, ਗੁਰ ਪ੍ਰਸਾਦੀ ਮਾਰਹੁ ਡਰੈ। ਹਾਂ, ਜਿਨ੍ਹਾਂ ਦੇ ਗੁਰੂ ਦੀ ਪ੍ਰਸਾਦ ਕਿਰਪਾ ਨਾ, ਉਹਨਾਂ ਦੇ ਤਾਂ ਰਸਤੇ 'ਚ ਪੈਣ ਤੋਂ ਵੀ ਡਰਦੀ ਹੈ। ਕਿਉਂਕਿ ਕਬੀਰ ਸਾਹਿਬ ਉਹ ਵਿਸ਼ਨੂੰ ਦਾ ਤੇ ਲక్ష్ਮੀ ਦਾ ਸੰਵਾਦ ਹੋਇਆ ਸੀ ਨਾ। ਮੇਰੇ ਭਗਤ ਵੱਡੇ, ਉਹ ਕਹਿੰਦੇ ਮੇਰੇ। ਇੱਕ ਥਾਂ ਉਹ ਕੋਈ ਮੰਦਰ ਸੀ, ਉੱਥੇ ਕੋਈ ਚਲੇ ਗਿਆ ਕਿ ਮੈਂ ਚਲੀਸਾ ਕੱਢਣਾ 40 ਦਿਨ, ਕਮਰਾ। ਕਹਿੰਦੇ ਮਹਾਰਾਜ 40 ਦਿਨ ਨਾ ਹਿਲਾਇਓ, ਠੀਕ ਆ। ਤੇ ਮਾਇਆ ਆ ਗਈ, ਲక్ష్ਮੀ ਜਿਲੇ ਆ ਗਈ, ਜਿਲੇ ਜਲ ਪਣੀ ਹੈਗੇ ਸੋਨੇ ਦੇ ਭਾਂਡੇ ਉੱਥੇ ਸੁੱਟ ਲੈ। ਉਹ ਜਿਹੜਾ ਉੱਥੇ ਦਾ ਮਟਾ ਧੀ ਸੀ, ਅਗੇ ਭਾਂਡੇ, ਕਹਿੰਦੇ ਸਾਡੀ ਜਿਹੜੀ ਮਾਤਾ ਨਾ, ਇਹ ਨਹੀਂ ਚੁੱਕਦੀ, ਇੱਕੋ ਵਾਰੀ ਖਾਂਦੀ ਪੀਂਦੀ ਹੁੰਦੀ ਹੈ। ਉਹਨੇ ਕਿਹਾ ਜੇ ਐਂ ਰਹਿ ਗਈ ਥੋੜ੍ਹੇ ਦਿਨ, ਆਪਣਾ ਤਾਂ ਇਹ ਮਾਲੋ ਮਾਲ ਹੋ ਜਾਵਾਂਗੇ, ਸੋਨੇ ਦੇ ਭਾਂਡਿਆਂ ਨਾਲ ਭਰ ਜਾਏਗਾ ਬੰਬੂ ਕਾਟ। ਤੇ ਸਾਧ ਸੰਗਤ ਜੀ, ਤੇ ਕਹਿੰਦੀ ਵੀ ਮੈਂ ਰਹਿਣਾ ਤਾਂ ਆਹ ਕਮਰਾ ਚਾਹੀਦਾ। ਉਹ ਕਹਿੰਦੇ ਇੱਥੇ ਤਾਂ ਕੋਈ ਆਇਆ ਹੋਇਆ 40 ਦਿਨ ਜਾਪ ਕਰਨ ਲਈ। ਕਹਿੰਦੇ ਜਾਪ ਨੂੰ ਕਿਆ ਹੋਰ ਕਮਰਾ?
ਉਹ ਕਹਿੰਦੇ ਮਹਾਰਾਜ ਵਿਹਲਾ ਕਰੋ। ਕਹਿੰਦੇ ਪਹਿਲਾਂ ਤੋਂ ਤੂੰ ਬਚਨ ਲਿਆ ਸੀ ਕਿ 40 ਦਿਨ ਮੈਨੂੰ ਹਿਲਾਇਓ ਨਾ, ਮੈਂ ਕੋਈ ਵਿਧੀ ਵਿਧਾਨ ਅਨੁਸ਼ਠਾਨ ਜਾਪ ਕਰਨਾ। ਕਹਿੰਦੇ ਚੱਲ ਚੱਲ, ਤੂੰ ਤਾਂ ਅੱਗ ਨੂੰ ਆਈ ਘਰੇ ਸੰਭਾਲ ਕੇ ਬਹਿ ਗਈ। ਉਹ ਧੱਕੇ ਮਾਰ ਕੇ ਕੱਢਤਾ। ਮਾਇਆ ਹੱਸੀ, ਕਹਿੰਦੀ ਆ ਦੇਖ ਲਾ ਮੇਰੇ ਭਗਤ, ਆ ਤੇਰੀ ਮਾਲਾ ਫੇਰਨ ਵਾਲੇ ਨੂੰ ਧੱਕੇ ਪੈ ਕੇ ਨਹੀਂ। ਕਿ ਕਹਿੰਦੇ ਹੁਣ ਤੂੰ ਵੀ ਆਪਣਾ ਭਗਤ ਖਾਲ ਦੇਖ, ਤੇਰਾ ਭਗਤ ਕਿਹੜਾ। ਵਿਸ਼ਨੂੰ ਕਹਿੰਦਾ ਮੇਰਾ ਭਗਤ ਹੈਗਾ ਕਬੀਰ। ਉੱਥੇ ਚਲ ਗਈ ਸ਼ਾਹੂਕਾਰਨੀ ਬਣ ਕੇ। ਉੱਥੇ ਅਗੇ ਕਈ ਖਲੋਤੇ ਸੀ, ਮੇਰੀ ਤਾਣੀ ਬੁਣ ਦਿਓ, ਮੇਰੀ ਤਾਣੀ ਬੁਣ ਦਿਓ, ਕਿਉਂਕਿ ਉਹ ਜਲਾਹੇ ਦਾ ਕੰਮ ਕਰਦੇ ਸੀ। ਉਹ ਕਹਿੰਦੇ ਵੀ ਆਹ ਲਿਸਟ ਹੈ, ਬਾਰੀ ਨਾਲ ਮਿਲੇਗਾ ਸਾਨੂੰ, ਅਗੇ ਨੇ ਦੁੱਗਣੀ ਚੌਗਣੀ ਮਜ਼ਦੂਰੀ ਲੈ ਲਓ, ਲੱਗੀ ਚੱਲ ਜਾ ਕਰਨ। ਤੇ ਕਬੀਰ ਨੇ ਕਮਾਲੇ ਨੂੰ ਕਿਹਾ ਇਹ ਸ਼ਾਹੂਕਾਰਨੀ ਨਹੀਂ, ਇਹ ਤਾਂ ਮਾਇਆ ਪਖੰਡ ਕਰਦੀ ਆ, ਲਿਆ ਉੱਥੋਂ ਛੁਰੀ। ਉਹ ਗੁੱਤ ਜੀ ਮੁੰਨ ਦਿੱਤੀ ਅਤੇ ਨੱਕ 'ਤੇ ਵੀ ਨਾਸਰ ਲਾਤੀ। ਜਿਹੜੇ ਵਿਸ਼ਨੂੰ ਗਵਾਈ ਅਤੇ ਲਹੂ ਜਿਹਾ ਚੋਵੇ ਨਾਸਾਂ ਤੋਂ। ਕਹਿੰਦੇ ਇਹ ਕੀ ਗੱਲ। ਕਹਿੰਦੇ ਦੇਖ ਲੈ ਮੇਰੇ ਭਗਤ। ਉੱਥੇ ਫੇਕਿਆ ਨਾ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੇ 3 ਲੋਕ ਕੀ ਪਿਆਰੀ। 3 ਲੋਕ ਬ੍ਰਹਮਾ ਵਿਸ਼ਨੂੰ ਸ਼ਿਵ ਸਾਰੇ ਇਸ ਮਾਇਆ। ਇਸ ਕਰਕੇ ਕਬੀਰ ਸਾਹਿਬ ਦੱਸਦੇ ਕਿ ਦਾ ਛਲ ਐਸਾ ਹੈ। ਸਾਖਤ ਕੀ ਉਹ ਪਿੰਡ ਪਰਾਇਣ। ਸਾਖਤ ਜਿਹੜਾ ਬੰਦਾ ਨਾ ਸ਼ਕਤੀ ਮਾਇਆ ਦਾ ਪੁਜਾਰੀ, ਉਹਦਾ ਪਿੰਡ ਸਰੀਰ, ਉਹ ਤਾਂ ਇਹਦੇ ਆਸਰੇ ਦਿਨ ਕੱਟਦਾ ਹੈ। ਉਹ ਤਾਂ ਇਹ ਆ ਨਾ, ਚੌਧਰੀ ਚਰਨ ਸਿੰਘ ਸੀ, ਭਾਵੇਂ 1 ਮਹੀਨੇ ਲਈ ਪ੍ਰਾਈਮ ਮਿਨਿਸਟਰ ਬਣ ਜਾ, ਪ੍ਰਾਈਮ ਮਿਨਿਸਟਰੀ ਚਾਹੀਦੀ ਹੈ। ਮੁੱਖ ਮੰਤਰੀ ਭਾਵੇਂ 2 ਮਹੀਨੇ ਲਈ ਬਣ ਜਾਈਏ, ਇੱਕ ਵਾਰੀ ਦਾ ਕੁਰਸੀ ਝੰਡੀ ਵਾਲੀ ਕਾਰ ਦਾ ਝੂਟਾ ਮਿਲ ਜਾਏ ਨਾ, ਕਿਵੇਂ ਹਾਵੜੀ ਲੱਗੀ ਹੋਈ ਲੋਕਾਂ ਨੂੰ। ਹਾਵੜ ਜਾਂਦਾ, ਹਲਕ ਜਾਂਦਾ ਨਾ ਬੰਦਾ ਕੁਰਸੀ ਵਾਸਤੇ। ਸੰਸਾਰ ਦੀ ਦਸ਼ਾ ਕੈਸੀ ਹੈ। ਇਸ ਵਾਸਤੇ ਸਾਖਤ ਕੀ ਉਹ ਪਿੰਡ ਪਰਾਇਣ। ਕਬੀਰ ਸਾਹਿਬ ਕਹਿੰਦੇ ਜਿਹੜੇ ਸਾਖਤ ਲੋਕ ਆ ਨਾ, ਉਹਨਾਂ ਦੀ ਪਿੰਡ ਪਰਾਇਣ। ਉਹਨੂੰ ਮਾਇਆ ਨੂੰ ਆਪਣਾ ਸਰੀਰ ਸਮਝਦੇ, ਜਿੰਦ ਜਾਨ ਸਮਝਦੇ ਆ। ਕੋਈ ਦੇ ਆਸਰੇ ਹੋ ਕੇ ਦੀਨੋ ਬਦੀਨ ਹੋ ਕੇ ਕਿਹੜਾ ਪਾਪ ਕਰਮ ਨਹੀਂ ਕਰਦੇ। ਕਿਹੜਾ ਪਾਪ ਨਹੀਂ ਕਰਦੇ। ਔਰੰਗਜ਼ੇਬ ਨੇ ਪਿਓ ਦਾ ਸਗਾ ਬਣਿਆ, ਭਰਾਵਾਂ ਦਾ ਬਣਿਆ। ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਚੌਲਾਂ 'ਚ ਪਾ ਕੇ ਖਿਲਾਤੀ ਸੀ, ਸਰੀਰ ਗਲਣ ਲੱਗ ਪਿਆ ਸੀ। ਵੈਦ ਕਹਿਣ ਲੱਗੇ 28 ਤੋਲੇ ਦੀ ਹਰੜ ਚਾਹੀਦੀ, ਔਰ 1 ਮਾਛੇ ਦਾ ਲੌਂਗ, 1 ਰੱਤੀ ਦਾ ਮੋਤੀ। ਸਾਰੀਆਂ ਬਲੈਤਾਂ 'ਚ ਘੁਮਾਏ, ਕਿਤੋਂ ਨਹੀਂ ਮਿਲਿਆ। ਦੁਨੀਆ ਦਾ ਸਮਰਾਟ ਕਹਿੰਦੇ ਗੁਰੂ ਹਰਿਰਾਏ ਸਾਹਿਬ ਦੇ ਵੈਦਖਾਨੇ 'ਚੋਂ ਕੀਰਤਪੁਰ, ਕਹਿੰਦਾ ਉਹਨਾਂ ਦੇ ਬਜ਼ੁਰਗਾਂ ਨਾਲ ਸਾਡੇ ਯੁੱਧ ਜੰਗ ਹੋਏ ਆ। ਕਹਿੰਦੇ ਉਹ ਨਿਰਵੈਰ ਦਾ ਘਰ ਆ, ਨਿਰਵੈਰ ਦਾ। ਮਨ 'ਚੋਂ ਕਪਟ ਤਿਆਗ ਕੇ ਬੇਨਤੀ ਕਰ। ਫੇਰ ਭੇਜਿਆ ਵਜ਼ੀਰ। ਮਹਾਰਾਜ ਹੱਸ ਪਏ। ਸੰਗਤ ਕਹਿੰਦੇ ਮਹਾਰਾਜ ਮੁਸਕਰਾਏ ਆ। ਕਹਿੰਦੇ ਦੇਖੋ ਗੁਰੂ ਨਾਨਕ ਦਾ ਘਰ, ਆਹ ਬਾਦਸ਼ਾਹ, ਇਹਨੂੰ ਵੀ ਅੱਜ ਮੰਗਤਾ ਬਣਨਾ ਪਿਆ। ਗੁਰੂ ਨਾਨਕ ਸਾਹਿਬ ਦੇ ਘਰ ਦਾ ਮੰਗਤਾ ਬਣਨਾ ਪਿਆ। ਬਾਦਸ਼ਾਹ ਕੌਣ ਦਾ ਚੀਜ਼ਾਂ ਨਹੀਂ ਮਿਲੀਆਂ। ਗੁਰੂ ਨਾਨਕ ਸਾਹਿਬ ਤੇਰੀ ਲੀਲਾ ਕੈਸੀ। ਕੱਲ੍ਹ ਇਹ ਸਾਡੇ 'ਤੇ ਚੜ੍ਹਾਈਆਂ ਕਰ ਕਰ ਆਉਂਦੇ ਸੀ। ਮਹਾਰਾਜ ਦਿਆਲੂ। ਬੁਲਾਇਆ ਖਜ਼ਾਨਚੀ ਨੂੰ, ਸਾਡੇ ਸਾਹਮਣੇ ਦਿਓ। ਉਹ ਫਿਰ ਦਿੱਤਾ ਤੇ ਰਾਜ਼ੀ ਹੋ ਗਿਆ। ਸਾਖੀ ਤਾਂ ਲੰਮੀ ਹੈ, ਸਮਾਂ ਨੇੜੇ ਹੁੰਦਾ ਜਾ ਰਿਹਾ। ਦਾਰਾ ਸ਼ਿਕੋਹ ਗੁਰੂ ਘਰ ਦਾ ਬੜਾ ਸਾਧਕ। ਇਹ ਰੰਗ ਜੇ ਪਹਿਲਾਂ ਹੀ ਕਪਟੀ ਸੀ। ਫਿਰ ਇਸ ਨੇ ਦੂਏ ਭਰਾਵਾਂ ਨੂੰ ਗੰਢਿਆ। ਕਹਿੰਦੇ ਮੈਂ ਤਾਂ ਤਿਆਗੀ ਬੰਦਾ, ਤੁਹਾਨੂੰ ਰਾਜ ਦੇ ਕੇ ਮੱਕੇ ਹਜ ਨੂੰ ਚਲੇ ਜਾਣਾ, ਉੱਥੇ ਖੁਦਾ ਦੀ ਬੰਦਗੀ ਕਰਕੇ ਜਨਮ ਸਵਾਰਨਾ। ਬਸ ਉਹਨਾਂ ਨੂੰ ਵੀ ਫਿਰ ਮਰਾ ਦਿੱਤਾ। ਫਿਰ ਪਿਓ ਨੂੰ ਕੈਦ ਕਰ ਲਿਆ। ਦਾਰੇ ਮਗਰ ਫੌਜਾਂ ਚੜ੍ਹਾਤੀਆਂ। ਉਹ ਗਿਆ ਤੇ ਇੱਕ ਮਸਜਿਦ ਵਿੱਚ ਸੀ,
ਉੱਥੇ ਉੱਚੀ ਉੱਚੀ ਰੌਲਾ ਪਾਉਂਦਾ। ਸੇਵਾਦਾਰ ਨੇ ਕਿਹਾ ਮਹਾਰਾਜ ਉੱਚੀ ਨਾ ਬੋਲੋ, ਸਮਾਂ ਪਾਸ ਕਰੋ। ਉਹ ਬਸ ਆਤਮਾ ਗਿਆਨ ਵਿੱਚ ਆਨੰਦ ਸੀ, ਬੋਲਦਾ ਰਿਹਾ। ਉਹ ਬੋਲਣ ਕਰਕੇ ਵਿਆਹ ਫੜਿਆ ਗਿਆ, ਇਹਨੂੰ ਵੀ ਮਰਵਾਤਾ। ਬਾਦਸ਼ਾਹ ਕੋ ਕੈਦ ਕਰ ਦਾਰਾ ਮਰਵਾਇਆ। ਲੋਕਾਂ ਦੀ ਕਹਾਵਤ। ਇਹ ਰਾਜ ਵਾਸਤੇ ਲੋਕ ਕਿਹੜੇ ਕਿਹੜੇ ਪਾਪ ਨਹੀਂ ਕਰਦੇ। ਸਰਮੱਦ ਵਰਗੇ ਫਕੀਰ, ਬੇਨਵਾ ਫਕੀਰ ਭਰ ਭਰ ਬੇੜੀਆਂ ਡੋਬ ਡੋਬ ਮਾਰੇ। ਨੌਵੇਂ ਪਾਤਸ਼ਾਹ ਵਰਗੇ ਪੈਗੰਬਰ, ਨੌਵੇਂ ਪਾਤਸ਼ਾਹ ਵਰਗੇ ਪੈਗੰਬਰਾਂ 'ਤੇ ਤਲਵਾਰ, ਖੂਨੀ ਤਲਵਾਰ। ਮਤੀ ਦਾਸ ਤੇ ਆਰੇ, ਦਿਆਲੇ ਨੂੰ ਦੇਗਾਂ 'ਚ ਵਾਲਣਾ, ਸਤੀ ਦਾਸ ਨੂੰ ਲੋਗੜ ਬਣ ਕੇ ਜੀਂਦੇ ਜਲਾਉਣਾ। ਇਹ ਰੰਗਜਗ ਦੀਆਂ ਕਰਤੂਤਾਂ। ਰਾਜ ਵਾਸਤੇ ਕਿਹੜਾ ਪਾਪ ਜਿਹੜਾ ਇਹ ਲੋਕ ਨਹੀਂ ਕਰਦੇ। ਸੋ ਕਬੀਰ ਸਾਹਿਬ ਕਹਿੰਦੇ ਸਾਰਾ ਪੁਆੜਾ ਇਸ ਛਲਣੀ ਮਾਇਆ ਦਾ ਹੈ। ਹਮ ਕੋ ਦ੍ਰਿਸ਼ਟ ਪਰੈ ਤਰਖ ਡਾਇਣ। ਜਿਹੜਾ ਸੰਤ ਆ ਉਹਨੂੰ ਤਾਂ ਕਹਿੰਦੇ ਤਰਖ ਪਰੇ ਡਾਇਣ। ਇਹ ਡਾਇਣ ਦੀ ਨਿਆਈ ਬੜੀ ਨਜ਼ਰ ਆਉਂਦੀ ਹੈ। ਹਮ ਤਿਸ ਕਾ ਬਹੁ ਜਾਣਿਆ ਭੇਉ। ਕਬੀਰ ਸਾਹਿਬ ਕਹਿੰਦੇ ਹੁਣ ਸਾਡੇ ਤੇ ਇਹਦਾ ਛਲ ਨਹੀਂ ਪੈਂਦਾ, ਅਸੀਂ ਇਹਦੇ ਭੇਦ ਨੂੰ ਜਾਣਦੇ ਹਾਂ। ਅਤੇ ਜਿੰਨਾ ਚਿਰ ਜਿਹੜਾ ਭੇਦ ਨਹੀਂ ਜਾਣਦਾ ਉਹ ਤਾਂ ਫਿਰ ਛਲ 'ਚ ਆ ਜਾਂਦਾ। ਭਗਤ ਜੀ ਕਹਿੰਦੇ ਅਸੀਂ ਇਹਦੇ ਛਲਾਂ ਨੂੰ ਸਮਝ ਲਿਆ। ਇਹ ਜਿਹੜੇ ਨਾਟਕ ਕਰਦੀ ਹੈ, ਇਹ ਨੱਟ ਬਣ ਕੇ ਨਾਟਕ ਕਰਦੀ ਹੈ ਨਾ। ਨਗਟੀ ਕੋ ਠਨਗਨ ਬਾਂਡਾੜੂ, ਕਿਨੇ ਬਵੇਕੀ ਕਾਟੀ ਤੂੰ, ਸਗਲਿਆਂ ਕੀ ਹੁਣ ਬਹਿਨ ਭਾਣਜੀ ਜਿਨੇ ਬਰੀ ਤੇ ਸਚੇਰੀ। ਕਹਿੰਦੇ ਹੁਣ ਇਹ ਜਿਹੜੀ ਬੜੀ ਤੇਜ਼ ਤਰਾਰ ਤਰਖ ਡਾਇਣ ਆ, ਇਹਦੇ ਭੇਦ ਨੂੰ ਅਸੀਂ ਸਮਝ ਲਿਆ ਹੈ। ਜਬ ਹੋਏ ਕਿਰਪਾਲ ਮਿਲੇ ਗੁਰਦੇਵ। ਕਹਿੰਦੇ ਜਦੋਂ ਗੁਰੂ ਕਿਰਪਾਲੂ ਹੋ ਜਾਣਾ, ਗੁਰੂ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਨਿਰੰਕਾਰ ਉਹ ਮਿਲ ਜਾਂਦਾ ਹੈ। ਸੋ ਛੂਟਿਆ ਜਿਨ ਸਤਿਗੁਰ ਪਾਇਆ, ਜਿਨ ਸਤਿਗੁਰੂ ਪਾ ਲਿਆ। ਮਤੀ ਦਾ ਨੂੰ ਥੋੜ੍ਹਾ ਭਰਮਾਉਂਦੇ ਰਹੇ। ਦਿਆਲਦਾਸ, ਸਤੀਦਾਸ ਗੁਰੂ ਮਹਾਰਾਜ ਨੂੰ ਬੜੇ ਛਲ ਕਰਦੇ ਰਹੇ। ਹੋਰ ਗੁਰਸਿੱਖ ਐਸੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਥੋੜ੍ਹਾ ਮਾਇਆ ਦੇ ਲਾਲਚ ਜੜ ਚੇਤਨ ਦੇ ਦਿੰਦੇ ਰਹੇ, ਪਰ ਅਟਲ ਰਹੇ। ਅੱਜ ਉਹਨਾਂ ਦਾ ਨਾਂ ਹੈ। ਅੱਜ ਉਹਨਾਂ ਨੂੰ ਅਸੀਂ ਚੇਤੇ ਕਰਦੇ ਹਾਂ। ਸ਼ਹੀਦੀ ਜੋੜ ਮੇਲੇ ਮਨਾਉਂਦੇ ਹਾਂ, ਬਰਸੀਆਂ ਮਨਾਉਂਦੇ ਹਾਂ, 300 ਸਾਲੇ ਉਹਨਾਂ ਦੇ ਮਨਾਉਂਦੇ ਹਾਂ। ਆ ਪਿੱਛੇ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਮਨਾਇਆ। ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਆ, ਉਹਨਾਂ ਦੇ ਸਿੱਧਕ ਸਬਰ ਨੂੰ ਨਮਸਕਾਰ। ਅਤੇ ਜੇ ਮਾਇਆ ਪਦਾਰਥਾਂ ਡੋਲ ਜਾਂਦੇ ਫਿਰ ਕੌਣ ਜਾਣਦਾ। ਸਦੀਆਂ ਬੀਤਣ ਤੋਂ ਬਾਅਦ ਵੀ ਉਹਨਾਂ ਦੀ ਮਹਿਮਾ, ਉਹਨਾਂ ਦਾ ਜਸ ਉਹ ਹਮੇਸ਼ਾ ਹੀ ਨਿਰਮਲ ਔਰ ਪਵਿੱਤਰ ਹੈ। ਹਾਂਜੀ। ਕਹੋ ਕਬੀਰ ਅਬ ਬਾਹਰ ਪਰੀ। ਕਬੀਰ ਸਾਹਿਬ ਕਹਿੰਦੇ ਹੈ ਬਾਹਰ ਪਰੀ, ਹੁਣ ਤਾਂ ਸਾਡੇ ਮਨ 'ਚੋਂ ਪਰੇ ਹੋ ਗਈ ਹੈ। ਮਨ ਵਿੱਚੋਂ ਉਹਦੇ ਬਕਾਰ ਦੋਸ਼ ਸਾਰੇ ਖਤਮ ਹੋ ਗਏ ਹਨ। ਸੰਸਾਰ ਕੈ ਅੰਚਲ ਲਰੀ। ਜਿੰਨਾ ਸੰਸਾਰ ਹੈ ਉਹ ਤਾਂ ਇਹਦੇ ਪੱਲੇ ਨੂੰ ਫੜਦਾ ਫਿਰਦਾ। ਹਾਂਜੀ। ਇਸ ਕਰਕੇ ਕਹਿੰਦੇ ਸੰਸਾਰ ਜਿਹੜਾ ਉਹਦੇ ਪੱਲੇ ਲੱਗੀ ਹੋਈ ਹੈ। ਸਾਰਾ ਸੰਸਾਰ ਸਾਧ ਸੰਗਤ ਜੀ। ਅਤੇ ਇਸ ਮਾਇਆ ਦੇ ਪਿੱਛੇ ਕੀ ਕੀ ਪਾਪ, ਕੀ ਕੀ ਅਡੰਬਰ ਨਹੀਂ ਕਰ ਰਿਹਾ, ਉਹ ਸਾਰਾ ਖੋਲ੍ਹ ਕੇ ਬੜੇ ਵਿਸਥਾਰ ਨਾਲ ਕਬੀਰ ਸਾਹਿਬ ਨੇ ਇਹ ਵਿਆਖਿਆ ਕੀਤੀ ਹੈ। ਕਿਉਂਕਿ ਉਸ ਆਤਮ ਪਦ 'ਤੇ ਉਹ ਪਹੁੰਚੇ ਹੋਏ ਸੀ, ਮਾਇਆ ਦੇ ਛਲਾਂ ਤੋਂ ਉੱਪਰ ਉੱਠ ਗਏ ਸੀ। ਕਿ ਜਿਹੜਾ ਇਸ ਮੰਜ਼ਿਲ 'ਤੇ ਪਹੁੰਚਾ, ਇੰਨੀ ਜ਼ੋਰਦਾਰ ਠੋਸ ਗੱਲ ਕਰ ਵੀ ਉਹੀ ਸਕਦਾ, ਅਤੇ ਜਿਹੜਾ ਕੱਚਾ ਪਿੱਲਾ ਉਹ ਕਿੱਥੋਂ ਕਰੇ। ਇਸ ਕਰਕੇ ਕਬੀਰ ਸਾਹਿਬ ਪੂਰੇ ਗੁਰੂ ਦੇ ਚੰਡੇ ਹੋਏ ਮਹਾਂਪੁਰਖ ਸੀਗੇ। ਅਤੇ ਗੁਰੂ ਅਰਜਨ ਸਾਹਿਬ ਨੇ ਐਵੇਂ ਨਹੀਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਦਰਜ ਕੀਤੀ। ਕਸਵੱਟੀ ਦੇ ਪੂਰੇ ਉਤਰੇ, ਪਰਖੇ ਨਿਰਖੇ ਜਿੰਨੇ ਭਗਤ ਵਿੱਚ ਮਹਾਂਪੁਰਖ ਬੈਠੇ ਆ, ਮਹਾਰਾਜ ਦੀ ਕਸਵੱਟੀ ਦੇ ਜਿਹੜੇ ਪੂਰੇ ਉਤਰੇ, ਉਹਨਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਕਾਰ ਮਿਲਿਆ। ਚਾਹੁੰਦੇ ਤਾਂ ਹੋਰ ਵੀ ਬੜੇ ਸੀ, ਆਏ ਸੀ ਨਾ ਕਾਫੀ, ਪਰ ਉਹ
ਸਫਲ ਨਹੀਂ ਹੋ ਸਕੇ। ਸੋ ਇਸ ਕਰਕੇ ਕਹਿੰਦੇ ਸੰਸਾਰ ਦੇ ਤਾਂ ਪੱਲੇ ਪਈ ਹੈ ਸਾਰਾ ਸੰਸਾਰ, ਇਹਦੇ ਵਾਸਤੇ ਕਿੰਨੇ ਛਲ ਫਰੇਬ ਧੋਖੇ ਠੱਗੀ ਠੋਰੀ ਕੀ ਕੁਝ ਕਰ ਰਿਹਾ। ਇਹ ਸਾਧ ਸੰਗਤ ਜੀ ਗੋਂਡ ਰਾਗ ਵਿੱਚੋਂ ਕਬੀਰ ਸਾਹਿਬ ਦੀ ਪਾਵਨ ਬਾਣੀ ਦੇ ਸਿਧਾਂਤਕ ਉਪਦੇਸ਼ ਆਪ ਸਾਰਿਆਂ ਨੇ ਸਰਵਣ ਕੀਤੇ ਆ। ਗੁਰੂ ਮਹਾਰਾਜ ਮਿਹਰ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ ਨਿਵਾਸ ਕਰਨ। ਉਹਨਾਂ ਪੁਰਾਤਨ ਗੁਰ ਸਿੱਖਾਂ ਵਾਲਾ ਸਾਨੂੰ ਵੀ ਜੀਵਨ ਪ੍ਰਾਪਤ ਹੋ ਸਕੀਏ। ਉਹਨਾਂ ਬਜ਼ੁਰਗਾਂ 'ਤੇ ਸਾਨੂੰ ਮਾਣ ਹੈ, ਉਹਨਾਂ ਦੇ ਆਸਰੇ ਇਹ ਪੰਥ ਦੀ ਕੋਈ ਸੱਤਾ ਖਲੋਤੀ ਹੈ, ਬਾਣੀ ਦੇ ਆਸਰੇ। ਸੋ ਇਸ ਕਰਕੇ ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ ਸਭ 'ਤੇ ਮਿਹਰ ਕਰਨ, ਔਰ ਸਭ ਦਾ ਹੀ ਧੰਨਵਾਦ ਹੈ। ਔਰ ਮਹਾਰਾਜ ਮਿਹਰ ਕਰਨ ਆਪਣੇ ਖਾਲਸਾ ਪੰਥ ਦੇ ਏਕਤਾ, ਉਤਫਾਕ, ਪਿਆਰ, ਇਹ ਜ਼ਰੂਰੀ ਹੈ। ਜਿੱਥੇ ਏਕਤਾ ਨਹੀਂ ਹੈ, ਪਿਆਰ ਨਹੀਂ, ਉਤਫਾਕ ਨਹੀਂ, ਉੱਥੇ ਤਾਂ ਕਹਿੰਦੇ ਨਾ ਕਲਾ ਕਲੰਦਰ ਫਸਿਆ ਅਤੇ ਘੜਿਓਂ ਪਾਣੀ ਨਸੈ। ਅਤੇ ਜੇ ਏਕਤਾ ਹੋ ਜਾਏ ਤਾਂ ਬਰਕਤਾਂ ਬਰਕਤਾਂ, ਉਤਫਾਕ ਅਤੇ ਪਿਆਰ ਵੀ ਹੋਵੇ। ਅਤੇ ਜੇ ਆਪੋ ਆਪਣੀ ਡੋਗਡਗੀ ਵਜਾਵਾਂਗੇ ਇਹ ਨੁਕਸਾਨ ਹੀ ਨੁਕਸਾਨ ਹੈ। ਇਸ ਕਰਕੇ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਫਿਰ ਆਪ ਦਾ ਧੰਨਵਾਦ। ਗਿਆਨੀ ਜੀ ਸ਼੍ਰੀ ਅਨੰਦ ਸਾਹਿਬ ਦਾ ਪਾਠ ਕਰਨਗੇ, ਫਿਰ ਅਰਦਾਸ ਬੇਨਤੀ ਦੇਖ, ਫਿਰ ਜਿਵੇਂ ਜਿਵੇਂ ਆਪ ਜੀ ਕੋ ਸਮਾਂ ਆਪਣੀ ਇੱਛਾ 'ਚ ਚੱਲ ਸਕਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪੜ੍ਹ ਦਿਓ ਆਖਰੀ ਪੰਗਤੀ। ਕਹੋ ਕਬੀਰ ਅਬ ਬਾਹਰ ਪਰੀ, ਸੰਸਾਰੈ ਕੈ ਅੰਚਲ ਲਰੀ।